ਬਿਲਾਵਲ ਮਹਿਲਾ ਪੰਜਵਾਂ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭਈ ਰਾਸ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭਈ ਰਾਸ। ਕਰਤਾਰਪੁਰ ਕਰਤਾ ਬਸੈ ਸੰਤਨ ਕੇ ਪਾਸ। ਰਹਾਉ ਬਿਘਨ ਨਾ ਕੋ ਲਾਗਤਾ ਗੁਰ ਪਹਿ ਅਰਦਾਸ। ਰਖਵਾਲਾ ਗੋਬਿੰਦ ਰਾਏ ਭਗਤਨ ਕੀ ਰਾਸ। ਟੋਟ ਨ ਆਵੈ ਕਦੇ ਮੂਲ ਪੂਰਨ ਭੰਡਾਰ। ਚਰਨ ਕਮਲ ਮਨੋ ਤਨ ਬਸੇ ਪ੍ਰਭ ਅਗਮ ਅਪਾਰ। ਬਸਤ ਕਮਾਵਤ ਸਭ ਸੁਖੀ ਕਿਛ ਊਨ ਨਾ ਦਿਸੈ। ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸੈ। ਜੈ ਜੈਕਾਰ ਸਭੈ ਕਰਹਿ ਸਚ ਥਾਨ ਸੁਹਾਇਆ। ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ। ਜਪ ਨਾਨਕ ਨਾਮ ਨਿਦਾਨ ਸੁਖ ਪੂਰਾ ਗੁਰ ਪਾਇਆ। ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੇ ਗੁਰੂ ਪਿਆਰਿਓ, ਆਪ ਸਭ ਤਨਤਾ ਦੇ ਯੋਗ ਹੋ, ਬੜਭਾਗੇ ਹੋ। ਸਾਹਿਬਾਂ ਦੇ ਮਿੱਠੇ ਅਤੇ ਪਿਆਰੇ ਬੋਲਾਂ ਨੂੰ ਸੁਣਨ ਦੇ ਲਈ ਗੁਰੂ ਚਰਨਾਂ ਦਾ ਆਸਰਾ ਤੱਕਦੇ ਹੋ। ਆਓ ਗੁਰਬਾਣੀ ਵਿਚਾਰ ਸ਼ੁਰੂ ਕਰੀਏ। ਗੁਰਫਤਿਹ ਦੀ ਸਾਂਝ ਪਾਉਣੀ, ਸਭ ਨੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਤੇ ਪਵਿੱਤਰ ਸ਼ਬਦ ਜੋ ਬੜੇ ਪਿਆਰ ਦੇ ਵਿੱਚ ਵਿੱਚ ਕੇ ਆਪਾਂ ਗਾਇਆ ਹੈ। ਰਹਾਉ ਦਾ ਬੰਦ ਹੈ। ਸਿਮਰ ਸਿਮਰ ਪੂਰਨ ਪ੍ਰਭੂ ਕਾਰਜ ਭੈ ਰਾਸ। ਕਰਤਾਰਪੁਰ ਕਰਤਾ ਬਸੈ ਸੰਤਨ ਕੈ ਪਾਸ। ਰਹਾਉ। ਸਤਿਗੁਰੂ ਪਾਤਸ਼ਾਹ ਜੀ ਨੇ ਬੜੀ ਮਿਹਰ ਕੀਤੀ ਹੈ, ਬੜੇ ਪਿਆਰ ਦੇ ਵਿੱਚ ਇਹ ਸ਼ਬਦ ਸਾਡੀ ਝੋਲੀ ਦੇ ਵਿੱਚ ਪਾਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਐ ਮਨੁੱਖ, ਐ ਮਨੁੱਖ, ਇਸ ਗੱਲ ਵੱਲ ਨਿਗਾਹ ਮਾਰ।
ਧਿਆਨ ਮਾਰ ਕਿ ਜੇ ਤੇਰੇ ਕਾਰਜ ਸਫਲੇ ਹੋਣੇ ਨੇ ਤਾਂ ਉਹ ਗੁਰੂ ਨਾਲ ਜੁੜ ਕੇ ਹੋਣੇ ਨੇ। ਇੱਕ ਨੰਬਰ, ਜੇ ਕਾਰਜ ਸਫਲ ਹੋਣੇ ਹਨ ਉਹ ਪ੍ਰਭੂ ਪਰਮਾਤਮਾ ਨਾਲ ਜੁੜ ਕੇ ਹੋਣੇ ਆ, ਗੁਰੂ ਨਾਲ ਜੁੜ ਕੇ ਹੋਣੇ ਆ। ਸਿਮਰ ਸਿਮਰ, ਉਹ ਪਰਮਾਤਮਾ ਨੂੰ ਯਾਦ ਕਰਿਆ ਕਰ, ਉਹ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ ਕਰ। ਪੂਰਨ ਪ੍ਰਭੂ ਕਾਰਜ ਪੈ ਰਾਸ, ਤੇਰੇ ਸਾਰੇ ਕਾਰਜੀ ਰਾਸ ਹੋ ਜਾਣਗੇ। ਕਰਤਾਰਪੁਰ ਕਰਤਾ ਵਸੈ, ਕਰਤਾਰਪੁਰ ਕਰਤਾ ਵਸੈ। ਫਿਰ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਉਹ ਪ੍ਰਭੂ ਪਰਮਾਤਮਾ ਦਾ ਨਿਵਾਸ ਕਰਤਾਰਪੁਰ, ਕਰਤਾ ਵਸੈ। ਇੱਕ ਤਾਂ ਕਰਤਾਰਪੁਰ ਸਾਡੇ ਇਤਿਹਾਸਕ ਸਰੋਤ ਦੇ ਅਨੁਸਾਰ ਉਹ ਆ ਕਿਹੜਾ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਗਰ ਵਸਾਇਆ ਕਰਤਾਰਪੁਰ। ਤੇ ਇੱਕ ਕਰਤਾਰਪੁਰ ਆਪਾਂ ਨੂੰ ਪਤਾ ਜੋ ਉਹ ਵੀ ਇਤਿਹਾਸਕ ਨਗਰ ਹੈ, ਉਹ ਹੈ ਜਲੰਧਰ ਦੇ ਕੋਲ। ਸਿੱਖ ਇਤਿਹਾਸ ਦੇ ਵਿੱਚ ਦੋ ਇਤਿਹਾਸਕ ਕਰਤਾਰਪੁਰ ਨੇ, ਤੇ ਇੱਥੇ ਤੀਜੇ ਦਾ ਜ਼ਿਕਰ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਕਰਤਾਰਪੁਰ ਕਰਤਾ ਵਸੈ ਕਿ ਪ੍ਰਭੂ ਪਰਮਾਤਮਾ ਆਪ ਸਤ ਸੰਗਤ ਵਿੱਚ ਵਸਦਾ ਹੈ। ਇਉਂ ਕਹਿ ਲਈਏ ਕਿ ਗੁਰੂ ਸਾਹਿਬ ਜੀ ਕਹਿੰਦੇ ਮਨੁੱਖੀ ਸੰਗਤ ਜੋ ਗੁਰੂ ਨਾਲ ਜੁੜ ਚੁੱਕੀ ਆ, ਸੱਚ ਨਾਲ ਜੁੜ ਚੁੱਕੀ ਆ, ਇਹ ਇੱਕ ਕਰਤਾਰਪੁਰ ਹੈ। ਇਸ ਕਰਤਾਰਪੁਰ ਦੇ ਵਿੱਚ ਵੀ ਪ੍ਰਭੂ ਪਰਮਾਤਮਾ ਵਸਦਾ ਹੈ। ਦੇਖੋ ਇੱਥੇ ਇੱਕ ਇਸ਼ਾਰਾ ਸਮਝਣਾ ਵੀ ਇੱਥੇ ਗੁਰੂ ਸਾਹਿਬ ਨੇ ਗੱਲ ਸੰਗਤ ਤੇ ਲਿਆਂਦੀ ਆ, ਵੀ ਇਹ ਸੰਗਤ ਜਿਹੜੀ ਗੁਰੂ ਨਾਲ ਜੁੜੀ ਆ ਨਾ, ਇਹ ਕਰਤਾਰਪੁਰੀ ਸੰਗਤ ਆ। ਇਹ ਕਰਤਾਰਪੁਰ ਦੇ ਵਿੱਚ ਜਿਹੜੇ ਟੇਕੇ ਬਹਿ ਜਾਂਦੇ ਨੇ, ਸੰਗਤ ਕਰ ਲੈਂਦੇ ਨੇ, ਪਾਤਸ਼ਾਹ ਜੀ ਕਹਿੰਦੇ ਬਖਸ਼ਿਸ਼ ਹੋ ਜਾਂਦੀ ਆ। ਜਦੋਂ ਆਪਾਂ ਅੱਖਰੀ ਅਰਥ ਪੜ੍ਹਦੇ ਹਾਂ ਤਾਂ ਫਿਰ ਆਪਾਂ ਨੂੰ ਇਦਾਂ ਮਹਿਸੂਸ ਹੋਊਗਾ ਵੀ ਸ਼ਾਇਦ ਇਹ ਉਹ ਕਰਤਾਰਪੁਰ ਦੀ ਗੱਲ ਆ ਜਿੱਥੇ ਗੁਰੂ ਨਾਨਕ ਸਾਹਿਬ ਨੇ ਇੱਕ ਨਗਰ ਵਸਾਇਆ। ਹਾਂ, ਉਧਰ ਹੱਥ ਹੋ ਜਾਊਗਾ, ਉਧਰ ਨੂੰ ਇਸ਼ਾਰਾ ਹੋ ਜਾਵੇਗਾ, ਕੋਈ ਅਤ ਕਥਨ ਹੀ ਨਹੀਂ ਹੈ, ਗਲਤ ਗੱਲ ਨਹੀਂ ਹੈ। ਪਰ ਇੱਥੇ ਕਰਤਾਰਪੁਰ ਸਤਸੰਗੀਆਂ ਨੂੰ ਕਿਹਾ। ਜਿਵੇਂ ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਹੁਣ ਜੇ ਆਪਾਂ ਤੀਰਥ ਦੀ ਬਾਹਰੀ ਤੌਰ ਤੇ ਗੱਲ ਕਰੀਏ ਤਾਂ ਤੀਰਥ ਤਾਂ ਕੋਈ ਕਿਸੇ ਸਰੋਵਰ ਨੂੰ ਕਿਹਾ ਜਾ ਸਕਦਾ, ਵੀ ਫਲਾਣੇ ਥਾਂ ਕੋਈ ਨਦੀ ਚੱਲਦੀ ਆ, ਸਰੋਵਰ ਚੱਲਦਾ, ਉਹਦੇ ਤੇ ਇਸ਼ਨਾਨ ਮੈਂ ਜਾ ਕੇ ਕਰਿਆ ਆ। ਹੁਣ ਪੰਜਵੇਂ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਐ ਭਾਈ ਮਨੁੱਖ ਤੂੰ ਇਸ ਗੱਲ ਦਾ ਧਿਆਨ ਦੇ, ਕਰਤਾਰਪੁਰ ਕਰਤਾ ਵਸੈ। ਇੱਥੇ ਇਹ ਨਹੀਂ ਕਿਹਾਗਾ ਵੀ ਆਪਾਂ ਇੱਕ ਇਤਿਹਾਸਕ ਸਰੋਤ ਦੇ ਅਨੁਸਾਰ ਵਾਲੇ ਕਰਤਾਰਪੁਰ ਜਾ ਕੇ ਵਸਣਾਗਾ। ਤੇ ਇੱਥੇ ਜ਼ਿਕਰ ਕੀਤਾ ਸੰਤਨ ਕੈ ਪਾਸ। ਸੰਤਨ ਮੀਨਜ ਸਤਸੰਗੀ, ਕੈ ਪਾਸ ਰੱਬ ਦੇ ਪਿਆਰੇ ਸਤਸੰਗੀਆਂ ਦੇ ਨਜ਼ਦੀਕ। ਉਹ ਮਾਲਕ ਪਰਮੇਸ਼ਰ ਪ੍ਰਭੂ ਦਾ ਵਾਸਾ ਹੈ, ਉਹਨਾਂ ਦੇ ਵਿੱਚ ਹੈ। ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਜਿਵੇਂ ਕਹਿਤਾ ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਇਵੇਂ ਕਹਿਤਾ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਰਹਾਉ। ਹੁਣ ਪੂਰੀ ਰਹਾਉ ਦੀ ਤੁਕ ਵਿੱਚੋਂ, ਰਹਾਉ ਦੇ ਬੰਦ ਵਿੱਚੋਂ ਸਾਨੂੰ ਸੇਧ ਕੀ ਮਿਲਦੀ ਹੈ, ਸਾਨੂੰ ਸਿੱਖਣ ਨੂੰ ਕੀ ਪ੍ਰਾਪਤ ਹੋਇਆ ਕਿ ਸਾਨੂੰ ਗੁਰੂ ਦੇ ਵਚਨਾਂ ਤੇ ਵਿਸ਼ਵਾਸ ਹੈ ਜਿਹੜਾ ਉਹ ਬਣ ਜਾਣਾ ਚਾਹੀਦਾ। ਗੁਰੂ ਦੇ ਬਚਨਾਂ ਤੇ ਵਿਸ਼ਵਾਸ 100% ਬਣ ਜਾਣਾ ਚਾਹੀਦਾ। ਤੇ ਬਾਕੀ ਗੁਰੂ ਸਾਹਿਬ ਬਖਸ਼ਿਸ਼ ਕਰਨ, ਕਿਰਪਾ ਕਰਨ ਵੀ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਤ ਸੰਗਤ ਰੂਪੀ ਕਰਤਾਰਪੁਰ ਦੇ ਵਾਸੀ ਬਣ ਜਾਈਏ।
ਇੱਕ ਤਾਂ ਬਾਹਰੀ ਆਨੰਦਪੁਰ ਸਾਹਿਬ ਆ, ਤੇ ਇੱਕ ਆਪ ਜੀ ਨੂੰ ਪਤਾ ਗਾ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਆਨੰਦਮਈ ਜੀਵਨ ਨਾਲ ਜੁੜ ਕੇ ਆਪਣੇ ਖੁਦ ਦੇ ਸਰੀਰ ਨੂੰ ਆਨੰਦਪੁਰ ਸਾਹਿਬ ਬਣਾਉਣਾ। ਬਸ ਇੱਥੇ ਇਹੀ ਇਸ਼ਾਰਾ ਗਾ, ਇੱਕ ਬਾਹਰੀ ਸਾਡੀ ਸਿੱਖ ਕੌਮ ਦੀ ਜਿਹੜੀ ਸੈਂਟਰ ਆ, ਧੁਰਾ ਗਾ, ਉਹ ਹੈ ਹਰਿਮੰਦਰ ਸਾਹਿਬ। ਤੇ ਚੇਤਾ ਰੱਖਿਓ, ਇੱਕ ਹੈ ਹਰਿਮੰਦਰ ਸਾਡਾ ਹਿਰਦਾ। ਇਵੇਂ ਜਿਵੇਂ ਇੱਕ ਵਾਰੀ ਕਰਤਾਰਪੁਰ ਸਾਹਿਬ ਤੇ ਇੱਕ ਸਾਡਾ ਹਿਰਦਾ। ਹੁਣ ਆਪਾਂ ਵੇਖਣਾ ਹੈ ਵੀ ਅਸੀਂ ਆਪਣੇ ਹਿਰਦੇ ਰੂਪੀ ਹਰਿਮੰਦਰ ਵਿੱਚ ਪਹੁੰਚਣਾ ਜਾਂ ਨਹੀਂ ਪਹੁੰਚਣਾ। ਅਸੀਂ ਸ਼ਬਦ ਦੀ ਵਿਚਾਰ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨਾ ਜਾਂ ਨਹੀਂ ਕਰਨਾ। ਅਸੀਂ ਵੇਖਣਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਮੁਤਾਬਕ ਜਿਹੜਾ ਕਰਤਾਰਪੁਰ ਦਾ ਵਾਸੀ ਕਿਹਾ ਗਾ, ਉਹ ਹੈ ਸਤ ਸੰਗੀ ਜੀਵ। ਅਸੀਂ ਸਤ ਸੰਗਤ ਵਿੱਚ ਪਹੁੰਚਣਾ ਹੈ ਜਾਂ ਨਹੀਂ ਪਹੁੰਚਣਾ। ਇਹ ਨਿਗਾਹ ਅਸੀਂ ਮਾਰਨੀ, ਖੁਦ ਮਾਰਨੀ ਹੈ ਨਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਗਾ, ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਰੱਬ ਦੇ ਪਿਆਰਿਆਂ ਵਿੱਚ ਉਹ ਪ੍ਰਭੂ ਪਰਮਾਤਮਾ ਦਾ ਖੁਦ ਦਾ ਵਾਸਾ ਹੈ, ਰਹਾ। ਇੱਥੇ ਪਾਤਸ਼ਾਹ ਨੇ ਕਹਿ ਦਿੱਤਾ ਵੀ ਸਭ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਦਾ, ਸਭ ਵਿੱਚ ਹੀ, ਸਭ ਮੈਂ ਜੋਤ ਜੋਤ ਹੈ ਸੋਏ, ਸਭ ਵਿੱਚ ਹੀ ਉਹ ਮਾਲਕ ਦਾ ਵਾਸਾ ਹੈ। ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ, ਬਿਗਨ ਨਾ ਕੋ ਲਾਗਤਾ ਗੁਰ ਪੈ ਅਰਦਾਸ। ਪਾਤਸ਼ਾਹ ਜੀ ਕਹਿੰਦੇ ਸਾਡੀ ਜ਼ਿੰਦਗੀ ਹੈ ਨਾ ਜਿਹੜੀ, ਇਹ ਅੱਜ ਦੇ ਸਮੇਂ 'ਚ ਅਜੋਕੇ ਵਕਤ 'ਚ ਇਹ ਬਿਗਨਾਂ ਨੇ ਘੇਰ ਲਈ। ਮਤਲਬ ਔਂਕੜਾਂ ਨੇ ਘੇਰ ਲਈ। ਤੇ ਇਹਨਾਂ ਔਂਕੜਾਂ ਤੋਂ, ਇਹਨਾਂ ਮੁਸ਼ਕਲਾਂ ਤੋਂ ਬਚਣ ਦੇ ਲਈ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਪਾਵਨ ਬਾਣੀ ਦਾ ਉਪਦੇਸ਼ ਦੇ ਦਿੱਤਾ ਕਿ ਤੂੰ ਨਾ ਆਪਣੇ ਮਾਲਕ ਅੱਗੇ, ਆਪਣੇ ਗੁਰੂ ਅੱਗੇ ਅਰਦਾਸ ਕਰ ਪਾਈ। ਬਿਗਨ ਨਾ ਕੋ ਲਾਗਤਾ ਗੁਰ ਪੈ ਅਰਦਾਸ ਕਰ। ਗੁਰੂ ਅੱਗੇ, ਹੋਰ ਕਿਸੇ ਅੱਗੇ ਨਹੀਂ, ਗੁਰੂ ਅੱਗੇ ਅਰਦਾਸ ਕਰ ਪਾਈ। ਗੁਰ ਪੈ ਅਰਦਾਸ ਕਰ, ਗੁਰੂ ਅੱਗੇ ਅਰਦਾਸ ਕਰਿਆ ਕਰ। ਆਹ ਕੰਮ ਕਰ ਲੱਗ ਜਾ। ਅੱਛਾ, ਕਦੇ ਕਦੇ ਗੁਰੂ ਸਾਹਿਬ ਕਹਿੰਦੇ ਨੇ ਵਹਿ ਕੇ ਸਿਮਰਨ ਕਰ, ਬਾਣੀ ਪੜ੍ਹ, ਨਿਤਨੇਮ ਕਰ। ਅੱਜ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਅਰਦਾਸ ਵੀ ਕਰਿਆ ਕਰ। ਤੈਨੂੰ ਅਰਦਾਸ ਕਰਨੀ ਵੀ ਆਉਣੀ ਚਾਹੀਦੀ ਆ। ਇਸੇ ਕਰਕੇ ਤੇਰੀ ਜ਼ਿੰਦਗੀ ਦੇ ਵਿੱਚੋਂ ਅਰਦਾਸ ਨੇ ਭਲਾ ਕਰਨਾ ਗਾ, ਪ੍ਰਭੂ ਪਰਮਾਤਮਾ ਅੱਗੇ ਬੇਨਤੀ ਨੇ ਭਲਾ ਕਰਨਾ, ਉਹ ਵਾਹਿਗੁਰੂ ਜੀ ਅੱਗੇ ਯੋਦੜੀ ਨੇ ਭਲਾ ਕਰਨਾ, ਤਰਲੇ ਨੇ ਕਹਿਣੇ। ਤੇ ਹੁਣ ਇਹ ਗੱਲ ਸਾਡੀ ਦੇ ਵਿੱਚ ਪੱਕੀ ਬਣ ਚੁੱਕੀ ਆ ਵੀ ਅਸੀਂ ਅੱਜ ਵਾਹਿਗੁਰੂ ਭਲਾ ਕਰੇ ਬਿਰਲਿਆਂ ਨੂੰ ਛੱਡ ਕੇ, ਰੱਬੀ ਰੂਹਾਂ ਨੂੰ ਛੱਡ ਕੇ, ਜਿਹੜਾ ਤਰਲਾ ਉਹ ਬੰਦਾ ਕਰਕੇ ਰਾਜੀ ਨਹੀਂ ਹੈ। ਕਹਿੰਦਾ ਮੈਂ ਤਰਲਾ ਕਿਉਂ ਕਰਾਂ। ਬਸ ਇਸੇ ਹਿੰਡ ਨੇ ਮਨੁੱਖ ਨੂੰ ਪਿੱਛੇ ਧੱਕਤਾ। ਤੇ ਗੁਰੂ ਸਾਹਿਬ ਜੀ ਕਹਿੰਦੇ ਕੋਈ ਹਰਜ ਨਹੀਂ ਬੇਟਾ, ਜੇ ਤੂੰ ਪ੍ਰਭੂ ਪਰਮਾਤਮਾ ਅੱਗੇ ਤਰਲਾ ਕਰਾਂਗਾ। ਤਰਲਾ ਕਰਨਾ ਬੰਦੇ ਅੱਗੇ ਔਖਾ ਹੈ, ਬੰਦੇ ਅੱਗੇ ਤਰਲਾ ਕਰਨਾ ਔਖਾ। ਗੁਰੂ ਅੱਗੇ ਤਰਲਾ ਕਰਨਾ ਕੋਈ ਔਖਾ ਨਹੀਂ, ਗੁਰੂ ਅੱਗੇ ਬੇਨਤੀ ਕਰਨੀ ਕੋਈ ਔਖੀ ਨਹੀਂ। ਗੁਰੂ ਅੱਗੇ ਕੋਈ ਵੀ ਆਪਣੇ ਦਿਲ ਦੀ ਪੀੜ ਸੁਣਾਉਣੀ ਕੋਈ ਔਖੀ ਨਹੀਂ ਹੈ। ਆਪਾਂ ਕਿਸੇ ਆਪਣੇ ਸ਼ਰੀਕ ਤੋਂ, ਗੁਆਂਢੀ ਤੋਂ, ਆਪਣੇ ਇੱਧਰ ਉੱਧਰ ਦੇ ਕਿਸੇ ਵਿਅਕਤੀ ਤੋਂ ਕੁਝ ਤਰਲੇ ਕਰਕੇ ਮੰਗੀਏ ਨਾ, ਗੱਲ ਬਣਦੀ ਨਹੀਂ। ਅਗਲਾ ਕਹਿੰਦਾ ਗੱਲ ਅਣਖਦੀ ਆ ਭਾਈ, ਭਲਾ ਸ਼ਰੀਕ ਕੀ ਕਹਿਣਗੇ। ਪਰ ਇੱਥੇ ਗੁਰੂ ਅੱਗੇ ਇੱਥੇ ਤਰਲਾ ਚੱਲੇਗਾ। ਇੱਥੇ ਨਾ ਕੋਈ ਸਤ ਸੰਗੀ ਜੀਵ, ਨਾ ਗੁਰੂ ਕੁਛ ਕਵੇ। ਇੱਥੇ ਜ਼ਰੂਰ ਤਰਲਾ ਕਰਿਆ ਕਰ, ਬੇਨਤੀ ਕਰਿਆ ਕਰ, ਅਰਦਾਸ ਕਰਿਆ ਕਰ। ਬਿਗਨ ਨਾ ਕੋ ਲਾਗਤਾ ਗੁਰ ਪੈ ਅਰਦਾਸ ਕਰ। ਤੇਰੇ ਸਾਰੇ ਬਿਗਨ ਉਹ ਵਾਹਿਗੁਰੂ ਪਰਮਾਤਮਾ ਨੇ ਕੱਟ ਦੇਣੇ ਨੇ, ਉਹ ਮਾਲਕ ਪਰਮੇਸ਼ਰ ਜੀ ਨੇ ਬੰਦ ਕਰ ਦੇਣੇ ਨੇ। ਤੇਰੀ ਜ਼ਿੰਦਗੀ 'ਚ ਵਿਗਣੀ ਨਾ ਆਵੇਗਾ। ਆਪਾਂ ਬਾਣੀ 'ਚ ਪੜ੍ਹਦੇ ਆ ਨਾ, ਕਿੰਨੀ ਪ੍ਰਮਾਣ ਨੇ। ਤਾਤੀ ਬਹੁ ਨਾ ਲੱਗੇ ਪਾਰ ਬ੍ਰਹਮ ਸ਼ਰਨਾਈ, ਚੌਗਰ ਦਹ ਮਾਰੈ ਰਾਮਕਾਰ।
ਦੁੱਖ ਲੱਗੇ ਨਾ ਭਾਈ। ਕਹਿੰਦੇ ਦੁੱਖ ਲੱਗਦੇ ਹੀ ਨਹੀਂ, ਕਹਿੰਦੇ ਕੋਈ ਦੁੱਖਾਂ ਵਿੱਚੋਂ ਦੀ ਲੰਘਣਾ ਤਾਂ ਬਹੁਤ ਦੂਰ ਦੀ ਗੱਲ ਆ। ਕਹਿੰਦੇ ਰੱਬ ਦੇ ਪਿਆਰਿਆਂ ਨੂੰ ਫਿਰ ਕਹਿੰਦੇ ਨਾ ਮਾਨਸਿਕ ਤਲ ਤੇ ਨਾ ਕੋਈ ਸਰੀਰਕ ਤਲ ਤੇ ਬਿਮਾਰ ਕੋਈ ਨਹੀਂ ਲੱਗਦੀ। ਹਾਂ, ਜੇ ਲੱਗ ਵੀ ਜਾਂਦੀ ਉਹ ਘਬਰਾਉਂਦੇ ਨਹੀਂ। ਬਸ ਇਹ ਨੁਕਤਾ ਜ਼ਰੂਰ ਧਿਆਨ ਵਿੱਚ ਰੱਖਣਾ ਗਾ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਸਾਰੀ ਬਖਸ਼ਿਸ਼ ਕਾਹਦੇ ਕਰਕੇ ਆ? ਗੁਰੂ ਪਰਮੇਸ਼ਰ ਪਰਮਾਤਮਾ ਨੂੰ ਧਿਆਨ ਵਿੱਚ ਰੱਖਣ ਕਰਕੇ। ਇਹ ਸਾਰੀ ਬਖਸ਼ਿਸ਼ ਗੁਰੂ ਪਰਮਾਤਮਾ ਨੂੰ ਧਿਆਨ ਵਿੱਚ ਰੱਖਣ ਕਰਕੇ ਆ। ਮਾਲਕ ਜੀ ਨੂੰ ਧਿਆਨ ਵਿੱਚ ਜੇ ਰੱਖਾਂਗੇ ਤਾਂ ਬਖਸ਼ਿਸ਼ ਹੈ। ਫਿਰ ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ, ਕਹਿੰਦੇ ਵਿਘਨ ਨਾ ਕੋ ਲਾਗਤਾ ਗੁਰ ਪੈ ਅਰਦਾਸ ਕਰ। ਆਪਾਂ ਪੜ੍ਹਦੇ ਆ ਦੂਜਾ ਪਾਸਾ, ਔਖੀ ਘੜੀ ਨਾ ਦੇਖਣ ਦੇਈ। ਆਪਾਂ ਦੇਈ ਨਹੀਂ ਪੜ੍ਹਨਾ, ਦੇਈ ਪੜ੍ਹਨਾ ਨਾ। ਮਤਲਬ ਉਹ ਆਪਣੇ ਸੇਵਕਾਂ ਨੂੰ ਔਖੀ ਘੜੀ ਦਾ ਜਿਹੜਾ ਵਕਤ ਆ ਉਹ ਆਉਣ ਹੀ ਨਹੀਂ ਦਿੰਦਾ ਗਾ। ਮਤਲਬ ਇਹਦਾ ਬਣ ਗਿਆ ਇੱਥੇ ਕਹਿਤਾ ਵਿਘਨ ਨਾ ਕੋ ਲਾਗਤਾ। ਸੋ ਸਤਿਗੁਰੂ ਪਾਤਸ਼ਾਹ ਜੀ ਦੀ ਇਸ ਪਾਵਨ ਸਤਰ ਨੂੰ ਤੁਕ ਨੂੰ ਆਪਾਂ ਸਮਝ ਗਏ ਹੋਵਾਂਗੇ। ਗੁਰੂ ਤੇ ਭਰੋਸਾ ਰੱਖਿਆ, ਗੁਰੂ ਅੱਗੇ ਅਰਦਾਸ ਕੀਤਿਆਂ, ਗੁਰੂ ਨਾਲ ਜੁੜਿਆ, ਵਿਘਨਾਂ ਤੋਂ ਬੰਧਨਾਂ ਤੋਂ ਮੁਕਤ ਹੋ ਜਾਈਦਾ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ ਰਖਵਾਲਾ ਗੋਬਿੰਦ ਰਾਏ। ਕਹਿੰਦੇ ਫਿਰ ਸਾਡਾ ਸਾਰਿਆਂ ਦਾ ਰਾਖਾ ਨਾ ਇੱਕੋ ਹੀ ਆ, ਰਖਵਾਲਾ ਗੋਬਿੰਦ ਰਾਏ। ਪਾਤਸ਼ਾਹ ਜੀ ਕਹਿੰਦੇ ਗੋਬਿੰਦ ਰਾਏ ਕੌਣ? ਰਾਏ ਮੀਨਜ ਰਾਜਾ, ਗੋਬਿੰਦ ਤੋਂ ਭਾਵ ਹੈ ਮਾਇਆ, ਵਾਹਿਗੁਰੂ ਧਰਤੀ ਦਾ ਪਤੀ। ਪੂਰੀ ਸ੍ਰਿਸ਼ਟੀ ਨੂੰ ਸੰਭਾਲਣ ਵਾਲਾ ਉਹ ਕੌਣ ਸੰਭਾਲਦਾ? ਪਰਮਾਤਮਾ। ਉਹੀ ਸੰਭਾਲਦਾ ਨਾ, ਹੋਰ ਨਹੀਂ ਕੋਈ ਸੰਭਾਲਦਾ। ਪਾਤਸ਼ਾਹ ਜੀ ਕਹਿੰਦੇ ਫਿਰ ਰਖਵਾਲਾ ਉਹ ਆਪ ਹੀ ਹੈ ਖੁਦ। ਠੀਕ ਆ ਵੀ ਸਾਡੀ ਰਖਵਾਲੀ ਵਾਸਤੇ ਸਾਨੂੰ ਜਿਹੜੇ ਪ੍ਰਬੰਧ ਨੇ ਉਹ ਬਹੁਤ ਕਰਨੇ ਪੈਂਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਅਸਲ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਰਾਖਾ। ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀ ਗੱਲ ਕੀਤੀ ਸੀ ਨਾ, ਜਿਸ ਦਾ ਰਾਖਾ ਪਰਮੇਸ਼ਰ ਪਰਮਾਤਮਾ ਬਣ ਜਾਵੇ ਤਾਂ ਉਹਨੂੰ ਕੋਈ ਖਤਰਾ ਹੀ ਨਹੀਂ ਰਹਿੰਦਾ। ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਜਿਹਦਾ ਸਾਹਿਬ ਮਾਲਕ ਪਰਮਾਤਮਾ ਡਾਢਾ ਬਣ ਜਾਂਦਾ ਗਾ। ਜਿਸ ਬੰਦੇ ਦਾ ਮਾਲਕ ਪਰਮਾਤਮਾ ਡਾਢਾ ਬਣ ਜਾਂਦਾ, ਫਿਰ ਪਾਤਸ਼ਾਹ ਜੀ ਕਹਿੰਦੇ ਉਹ ਵਿਅਕਤੀ ਕਦੇ ਵੀ ਘਬਰਾਉਂਦਾ ਨਹੀਂ ਹੈ। ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਇਮੋਸ਼ਨਲ ਨਹੀਂ ਹੁੰਦਾ ਹੈ। ਰਖਵਾਲਾ ਗੋਬਿੰਦ ਰਾਏ, ਜਿਨ੍ਹਾਂ ਦਾ ਰਾਖਾ ਉਹ ਪਰਮਾਤਮਾ ਬਣਦੇ। ਜਿਨ੍ਹਾਂ ਨੂੰ ਪਤਾ ਲੱਗ ਜੇ ਮੇਰੇ ਸਿਰ ਤੇ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਨੇ ਆਪਣਾ ਹੱਥ ਰੱਖਿਆ ਹੋਇਆ, ਜਾਂ ਇਉਂ ਵੀ ਕਹਿ ਲਈਏ ਆਪਣਾ ਹੱਥ ਰੂਪੀ ਕੈਮਰਾ ਲਾਇਆ ਹੋਇਆ ਹੈਗਾ, ਤੇ ਮੈਂ ਉਹ ਕੈਮਰੇ ਦੀ ਨਿਗਾਹ 24 ਘੰਟੇ ਰਹਿਣਾ ਤੇ ਮੈਨੂੰ ਕੋਈ ਗਲਤ ਕੰਮ ਕਰਨ ਦਾ ਨਹੀਂ ਆਈਡੀਆ ਆਉਂਦਾ। ਹੁਣ ਇੱਥੇ ਅੱਗੇ ਗੁਰੂ ਸਾਹਿਬ ਜ਼ਿਕਰ ਕਰਦੇ ਨੇ, ਕਹਿੰਦੇ ਭਗਤਨ ਕੀ ਰਾਸ। ਕਹਿੰਦੇ ਉਹ ਪ੍ਰਭੂ ਪਰਮਾਤਮਾ ਦੇ ਗੁਣ ਹੀ ਭਗਤਾਂ ਦੀ ਰਾਸ ਹੈ, ਭਗਤਾਂ ਦੀ ਰਾਸ ਪੂੰਜੀ ਹੈਗੀ ਹੈ। ਭਗਤਾਂ ਦੀ ਰਾਸ ਪੂੰਜੀ ਮਤਲਬ ਪੈਸੇ, ਸਿੱਕਾ, ਸੋਨਾ, ਚਾਂਦੀ, ਇਹ ਗਹਿਣੇ ਗੱਟੇ। ਭਗਤਾਂ ਦਾ ਸਾਰਾ ਕੁਝ ਕੀ ਹੁੰਦਾ? ਗੁਰੂ ਦਾ ਨਾਮ, ਗੁਰੂ ਦਾ ਗਿਆਨ, ਉਹੀ ਹੀ ਇਸ ਨੂੰ ਮੰਨਦੇ ਨੇ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ ਟੋਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ। ਗੁਰੂ ਸਾਹਿਬ ਜੀ ਕਹਿੰਦੇ ਕਦੇ ਵੀ ਤੋਟ ਹੀ ਨਹੀਂ ਆਊਗੀ ਭਾਈ, ਤੋਟ ਨਾ ਆਵੇ। ਜੇ ਆਪਾਂ ਉਹ ਮਾਲਕ ਦਾ ਖਜ਼ਾਨਾ ਪ੍ਰਾਪਤ ਕਰ ਲਈਏ, ਵਾਹਿਗੁਰੂ ਜੀ ਦੇ ਖਜ਼ਾਨੇ ਨਾਲ ਜੁੜ ਜਗੇ, ਕਹਿੰਦੇ ਇੱਕ ਵੀ ਦਿਨ ਅਜਿਹਾ ਨਹੀਂ ਆਵੇਗਾ ਜਿੱਦੇ ਤੋਟ ਆਵੇਗੀ, ਕਮੀ ਆਵੇਗੀ। ਅਜਿਹਾ ਵਕਤ ਨਹੀਂ ਆਵੇਗਾ, ਇੱਕ ਵੀ ਦਿਨ ਤੋਟ ਨਾ ਆਵੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਦੇ ਮੂਲ ਪੂਰਨ ਭੰਡਾਰ। ਕਹਿੰਦੇ ਕਦੇ ਵੀ ਤੋਟ ਨਹੀਂ ਆ ਸਕਦੀ। ਉਹ ਵਾਹਿਗੁਰੂ ਜੀ ਦੇ ਜਿਹੜੇ ਭੰਡਾਰੇ ਆ ਨਾ, ਇੰਨੇ ਸੰਪੂਰਨ ਤੌਰ ਤੇ, ਪੂਰਨ ਤੌਰ ਤੇ ਭਰੇ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਕਦੇ ਵੀ ਅਸੀਂ ਕੁਝ ਮੁਕਾ ਨਹੀਂ ਸਕਦੇ। ਇਹ ਸੱਚ ਹੈ, ਬਿਲਕੁਲ ਸੱਚ ਹੈ ਨਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹਨ। ਉਹ ਪਰਮੇਸ਼ਰ ਪਰਮਾਤਮਾ ਦੇ ਜਿਹੜੇ ਖਜ਼ਾਨੇ ਆ ਉਹ ਕਦੇ ਵੀ ਨਹੀਂ ਮੁੱਕਦੇ।
ਖਾਵੈ ਖਰਚੈ ਰਲ ਮਿਲ ਭਾਈ। ਕਿਸੇ ਵਿਸ਼ੇ ਤੇ ਆਪਾਂ ਇੱਥੇ ਗੱਲ ਕਰ ਲਈਏ ਤਾਂ ਤੋਟ ਨਾ ਆਵੈ ਵੱਧ ਦੋ ਜਾਈ। ਕਹਿੰਦੇ ਕਿਸੇ ਕਿਸਮ ਦੀ ਫਿਰ ਤੋਟ ਆ ਜਿਹੜੀ ਥੋੜ ਆ ਉਹ ਨਹੀਂ ਆਉਂਦੀ। ਤੋਟ ਨਾ ਆਵੈ ਕਦੇ ਮੂਲ ਪੂਰਨ ਭੰਡਾਰ। ਚਰਨ ਕਮਲ ਮਨ ਤਨ ਵਸੇ ਪ੍ਰਭ ਅਗਮ ਅਪਾਰ। ਚਰਨ ਕਮਲ ਮਨ ਤਨ ਵਸੈ। ਗੁਰੂ ਸਾਹਿਬ ਜੀ ਫਿਰ ਇੱਥੇ ਪੁੱਛਦੇ ਨੇ, ਕਹਿੰਦੇ ਇਹ ਗੱਲ ਨੂੰ ਸਮਝ ਕੌਣ ਸਕਦਾ ਗਾ? ਇਸ ਗੱਲ ਨੂੰ ਸਮਝ ਕੌਣ ਸਕਦਾ ਵੀ ਸੱਚਮੁੱਚ ਗੁਰੂ ਦੇ ਭੰਡਾਰੇ ਭਰੇ ਹੋਏ ਨੇ? ਦੇਖੋ, ਜੇ ਆਪਣੀ ਕੋਈ ਮੰਗ ਅਧੂਰੀ ਆ ਨਾ ਤਾਂ ਇਹ ਜ਼ਰੂਰ ਕਹਿਣਾ ਪਵੇਗਾ ਫਿਰ ਗੁਰੂ ਦੇ ਭੰਡਾਰੇ ਖਾਲੀ ਨੇ, ਕਿਉਂਕਿ ਸਾਡੀ ਮੰਗ ਪੂਰੀ ਨਹੀਂ ਹੋਈ। ਜੇ ਸਾਡੀ ਮੰਗ ਅਧੂਰੀ ਹੈ, ਗੁਰੂ ਦੇ ਜਿਹੜੇ ਭੰਡਾਰੇ ਨੇ ਉਹ ਸਾਨੂੰ ਸਾਡੀ ਮੰਗ ਦੇ ਮੁਤਾਬਕ ਦਿਸਣਗੇ, ਨਜ਼ਰ ਆਉਣਗੇ। ਗੁਰੂ ਦੇ ਭੰਡਾਰੇ ਸਾਡੀ ਮੰਗ ਮੁਤਾਬਕ, ਸਾਡੀ ਮੰਗ ਦੇ ਅਨੁਸਾਰ ਨਜ਼ਰ ਆਉਣਗੇ ਵੀ ਇਹ ਭਰੇ ਆ ਜਾਂ ਖਾਲੀ ਆ। ਜੇ ਸਾਡੀ ਮੰਗ ਪੂਰੀ ਆ ਤਾਂ ਭਰ ਗਏ, ਤੇ ਜੇ ਮੰਗ ਅਧੂਰੀ ਆ ਤਾਂ ਅਸੀਂ ਕਹਿ ਦੇਵਾਂਗੇ ਗੁਰੂ ਦੇ ਖਜ਼ਾਨਾ ਖਾਲੀ ਹੈ। ਪਰ ਇਹਨੂੰ ਕੀ ਮੰਨਿਆ ਜਾ ਸਕਦਾ ਗਾ? ਇਉਂ ਨਹੀਂ ਮੰਨਿਆ ਜਾ ਸਕਦਾ। ਕਹਿੰਦੇ ਨਾ, ਇੱਕ ਕੋਈ ਫਕੀਰ ਹੈਗਾ, ਉਹਦੀ ਕਹਿੰਦੇ ਨਗਰ ਤੋਂ ਬਾਹਰ-ਬਾਹਰ ਝੌਪੜੀ ਬਣਾਈ ਹੋਈ ਆ, ਕੁਟੀਆ ਬਣਾਈ ਹੋਈ ਆ। ਤਕਰੀਬਨ ਹਰ ਇੱਕ ਪਿੰਡ ਦੇ ਵਿੱਚ ਡੇਰੇ ਹਨ। ਇੱਕ ਪਿੰਡ ਆ ਆਪਣੇ ਆਸੇ-ਪਾਸੇ, ਉਸ ਪਿੰਡ ਦੇ ਵਿੱਚ ਕੱਲਾ ਇੱਕੋ ਇੱਕ ਗੁਰਦੁਆਰਾ ਸਾਹਿਬ, ਬਸ ਰਿਕਾਰਡ ਆ ਉਸ ਪਿੰਡ ਦਾ। ਨਾ ਕਿਸੇ ਕੋਈ ਚੇਲੇ ਚਾਟੜੇ ਦੀ ਗੱਦੀ ਆ, ਨਾ ਕੋਈ ਉਸ ਪਿੰਡ ਦੇ ਵਿੱਚ ਮੰਦਰ ਆ, ਨਾ ਮਸੀਤ ਆ, ਨਾ ਕੋਈ ਕਬਰ ਆ, ਨਾ ਕੋਈ ਸਮਾਧ ਆ, ਨਾ ਕੋਈ ਮੱਠ ਆ, ਕੁਛ ਨਹੀਂ। ਤੇ ਨਹੀਂ, ਹਰ ਇੱਕ ਪਿੰਡ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਬਣੀਆਂ ਹੋਈਆਂ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ। ਚਲੋ, ਸਭ ਆਪੋ ਆਪਣੀ ਥਾਂ ਤੇ ਜੋ ਹਨ ਠੀਕ, ਆਪਾਂ ਤਾਂ ਇਹੀ ਕਹਿ ਸਕਦੇ ਹਾਂ, ਪਰ ਸਾਡੇ ਲਈ ਸਭ ਤੋਂ ਸਰਬੋਤਮ ਗੁਰੂ ਹੈ। ਸਿੱਖ ਨਹੀਂ ਕਿਤੇ ਜਾਂਦਾ, ਨਾ ਕਿਸੇ ਦੀ ਜਾਣ ਪਹਿਚਾਣ ਕਰੇ, ਉਹਦੇ ਲਈ ਤਾਂ ਸਭ ਤੋਂ ਸਰਬੋਤਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ। ਪਾਤਸ਼ਾਹ ਜੀ ਕਹਿੰਦੇ ਫਿਰ ਤੂੰ ਇਹ ਨਿਗਾਹ ਮਾਰੀ ਵੀ ਤੈਨੂੰ ਕਿਵੇਂ ਪਤਾ ਲੱਗੇ ਵੀ ਉਹਦਾ ਖਜ਼ਾਨਾ ਖਾਲੀ ਆ ਕਿ ਭਰਿਆ। ਅਸੀਂ ਕਹਿ ਤਾਂ ਸਾਡੀ ਮੰਗ ਦੇ ਅਨੁਸਾਰ ਪਤਾ ਲੱਗੂ, ਮੰਗ ਪੂਰੀ ਹੋ ਗਈ ਖਜ਼ਾਨਾ ਭਰਿਆ, ਮੰਗ ਪੂਰੀ ਨਾ ਹੋਈ ਤੇ ਖਜ਼ਾਨਾ ਖਾਲੀ ਆ। ਹੁਣ ਆਪਾਂ ਗੱਲ ਕਰਦੇ ਸੀ, ਪਿੰਡ ਦੇ ਵਿੱਚ ਇੱਕ ਫਕੀਰ ਰਹਿੰਦਾ ਜਿਹਦੀ ਇੱਕ ਕੁਟੀਆ ਬਣੀ ਹੋਈ ਆ। ਹੈ ਆਲਸੀ, ਕਹਿੰਦੇ ਉਹ ਵੀ ਆਪਣੇ ਵਰਗਾ ਨਾ ਆਲਸੀ ਆ ਵਿਚਾਰਾ, ਵਿਹਲੜ ਹੈਗਾ, ਤੇ ਰੋਟੀਆਂ ਆਸੇ ਪਾਸੋਂ ਮੰਗ ਲਿਆਉਂਦਾ ਗਾ ਤੇ ਆ ਕੇ ਉੱਥੇ ਆਪਣਾ ਬਹਿ ਜਾਂਦਾ ਗਾ, ਪਰ ਕੁਛ ਵੀ ਨਹੀਂ ਕਰਦਾ। ਥੋੜਾ ਬਹੁਤ ਆਸਾ ਪਾਸਾ ਸਵਾਰ ਵੀ ਸਕਦਾ ਨਾ, ਖੱਬਲ ਖੱਲਾ ਮਾਰ ਵੀ ਸਕਦਾ, ਪਰ ਨਹੀਂ, ਹਿੰਮਤ ਨਹੀਂ ਹੈ। ਬਸ ਇੱਕ ਥਾਂ ਤੇ ਬੈਠਾ, ਕੁਟੀਆ ਪਾਈ ਆ, ਚੁੱਪਚਾਪ। ਲੋਕ ਆਉਂਦੇ ਨੇ, ਆਪਾਂ ਨੂੰ ਪਤਾ ਵੀ ਕੀ ਭਾਵਨਾਵਾਂ ਲੈ ਕੇ ਆਉਂਦੇ ਨੇ। ਕੋਈ ਕੁਝ ਭਾਵਨਾ ਲੈ ਕੇ ਆਉਂਦਾ, ਕੋਈ ਕੁਝ ਭਾਵਨਾ ਲੈ ਕੇ ਆਉਂਦਾ। ਸਾਡੀ ਸਾਰਿਆਂ ਦੀ ਕੋਈ ਭਾਵਨਾ ਜੁੜੀ ਹੁੰਦੀ ਹੈ। ਅਕਸਰ ਇੱਥੇ ਗੱਲ ਮੁੱਕ ਜਾਂਦੀ ਆ ਤੇ ਆਪਾਂ ਆਮ ਹੀ ਕਹਿ ਦਿੰਦੇ ਆ ਜੀ ਆਪੋ ਆਪਣੀ ਸ਼ਰਧਾ ਹੈ, ਕੋਈ ਕੁਛ ਕਰੇ। ਚਲੋ, ਵੈਸੇ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨਦੀ ਵੀ ਆਪੋ ਆਪਣੀ ਸ਼ਰਧਾ, ਤੇ ਗੁਰਬਾਣੀ ਵਿੱਚ ਤਾਂ ਇੱਕੋ ਹੀ ਗੱਲ ਕਹੀ ਹੈ, ਗੁਰੂ ਗ੍ਰੰਥ ਸਾਹਿਬ ਤੇ ਹੀ ਤੈਨੂੰ ਪੂਰਨ ਸ਼ਰਧਾ ਹੋਣੀ ਚਾਹੀਦੀ ਹੈ। ਜਿਹੜੀ ਆਪਣੀ ਸਿੱਖ ਰਹਿਤ ਮਰਜ਼ਾਦਾ ਨਾ, ਉਹਦੇ ਵਿੱਚ ਵੀ ਇਦਾਂ ਹੀ ਦਰਜਾ ਵੀ ਸਿੱਖ ਦੀ ਤਾਰੀਫ, ਸਿੱਖ ਦੀ ਰਹਿਣੀ ਕਿਹੋ ਜਿਹੀ ਆ। 10 ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, 10 ਗੁਰੂ ਸਾਹਿਬਾਨਾਂ ਦੀ ਸਿੱਖਿਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੇ ਨਿਸ਼ਚਾ ਰੱਖਣ ਵਾਲਾ ਸਿੱਖ ਹੈ। ਆਹ ਕੰਡੀਸ਼ਨ ਹੋਣੀ ਜ਼ਰੂਰੀ ਹੈ। 10 ਗੁਰੂ ਸਾਹਿਬਾਨਾਂ ਦੀ ਪਾਵਨ ਪਵਿੱਤਰ ਬਾਣੀ, ਉਹਨਾਂ ਦੇ ਬੋਲ, ਤੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਜ਼ਿਕਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਅਨੁਸਾਰ
ਜ਼ਿੰਦਗੀ ਜਿਉਣ ਵਾਲਾ, ਜਿਹੜਾ ਇਹਨਾਂ ਨੂੰ ਛੱਡ ਕੇ ਕਿਤੇ ਨਾ ਜਾਵੇ ਉਹ ਸਿੱਖ ਆ। ਤੇ ਜਿਹੜਾ ਛੱਡ ਕੇ ਕਿਤੇ ਵਗ ਗਿਆ ਫਿਰ ਉਹਨੂੰ ਆਪਾਂ ਹੀ ਕਹਾਂਗੇ ਉਹ ਸਿੱਖ ਨਹੀਂ। ਹੁਣ ਪਤਾ ਲੱਗ ਗਿਆ ਨਾ ਵੀ ਕਈ ਵਾਰ ਆਪਾਂ ਬਾਹਰੀ ਤੌਰ ਤੇ ਕਹਿੰਦੇ ਨੇ ਵੀ ਕਿਰਪਾਨ ਵੀ ਪਾਈ ਆ, ਖੰਘਾ ਕੜਾ ਵੀ ਹੈ, ਸਾਰੇ ਕਕਾਰ ਪੂਰੇ ਹਨ, ਬੜਾ ਸੋਹਣਾ ਜਾਪਦਾ, ਵਧੀਆ ਪੱਗ ਬੰਨਦਾ, ਦਮਾਲਾ ਬੰਨਦਾ, ਵੀ ਸਿੱਖੇ ਆ ਨਾ। ਜਦੋਂ ਆਪਾਂ ਰਹਿਤ ਮਰਜ਼ਾਦਾ ਨੂੰ ਚੱਕਾਂਗੇ ਆ ਕੇ ਤਾਂ ਉਹਨੇ ਪਹਿਲੇ ਪੰਨੇ ਤੇ ਸਾਨੂੰ ਇਹ ਗੱਲ ਦੱਸ ਦੇਣੀ ਹੈ ਵੀ ਇੱਕ ਤੇ ਭਰੋਸਾ, ਇੱਕ ਤੇ ਯਕੀਨ, ਇੱਕ ਜਗ੍ਹਾ ਤੇ। ਪਰ ਹੁਣ ਜਿਹੜਾ ਫਕੀਰ ਆ ਉਹਦੇ ਕੋਲੇ ਸਾਰਾ ਪਿੰਡ ਹੀ ਆਉਂਦਾ ਜਾਂਦਾ, ਆਪਣਾ ਵੀ ਸੁਭਾਅ, ਚਲੋ ਕੋਈ ਨਾ, ਪਿੰਡ ਦਾ ਬਾਬਾ ਭਾਵੇਂ ਕੁਛ ਕਰਦਾ ਹੋਵੇ, ਕਹਿੰਦੇ ਲੰਘ ਚੱਲੋ ਤਾਂ ਕੀ ਫਰਕ ਪੈਂਦਾ। ਹਾਂ, ਇੱਥੇ ਆਪਾਂ ਉਦਾਹਰਨ ਬਹੁਤ ਵਾਰੀ ਲੈਤੀ ਆ, ਜਿਹੜੀ ਪਤਨੀ ਆ ਨਾ, ਪਤਨੀ ਸੁਹਾਗ ਸੰਭਾਲਣ ਵਾਲੀ, ਸੁਹਾਗਣ ਜਿਹਨੂੰ ਆਪਾਂ ਕਹਿ ਦਿੰਦੇ ਆ, ਦੇਖੋ ਉਹ ਆਪਣੇ ਦਿਓਰ, ਆਪਣੇ ਜੇਠ, ਆਪਣੇ ਕੋਈ ਹੋਰ ਥਾਂ ਸਿਰ ਲੱਗਦੇ ਸਾਰੇ ਜਿੰਨੇ ਵੀ ਹਨ, ਸਾਰਿਆਂ ਦੀ ਸੇਵਾ ਕਰਦੀ ਆ, ਸਤਿਕਾਰਯੋਗ ਆ ਹਨਾ। ਪਰ ਉਹ ਪਤਨੀ ਸਾਰਿਆਂ ਦੀ ਨਹੀਂ ਹੈ, ਸਾਂਭ ਸੰਭਾਲ ਸਭ ਦੀ ਕਰਦੀ ਆ, ਸਤਿਕਾਰ ਸਭ ਦੀ ਆ, ਜੀ ਆਇਆਂ ਨੂੰ ਸਭ ਨੂੰ ਆ, ਸਤਿ ਸ੍ਰੀ ਅਕਾਲ ਸਭ ਲਈ ਹੈ, ਪਰ ਸਾਰਿਆਂ ਦੀ ਪਤਨੀ ਨਹੀਂ ਹੈ, ਪਤਨੀ ਇੱਕ ਦੀ ਆ। ਤੇ ਜੋ ਉਹਨੇ ਆਪਣੇ ਪਤੀ ਨਾਲ ਗੱਲ ਸ਼ੇਅਰ ਕਰਨੀ ਆ ਉਹ ਆਪਣੇ ਦਿਓਰ ਜੇਠਾਂ ਨਾਲ ਨਹੀਂ ਕਰ ਸਕਦੀ। ਦੇਖੋ ਆਪਣੇ ਘਰ ਚ ਉਦਾਹਰਨ ਦਿੱਤੀ ਹੈ ਗੁਰੂ ਸਾਹਿਬ ਨੇ। ਤੇ ਜਿਹਨੇ ਆਪਣੇ ਪਤੀ ਤੋਂ ਵਿਸ਼ਵਾਸ ਉੱਠ ਗਿਆ, ਬਸ ਆਪਣੇ ਪਤੀ ਤੋਂ ਵਿਸ਼ਵਾਸ ਉੱਠ ਗਿਆ, ਤੇ ਉਹਨੂੰ ਸੁਹਾਗਣ ਪਤਨੀ ਨਹੀਂ ਮੰਨਿਆ ਜਾਂਦਾ, ਉਹਨੂੰ ਸੁਹਾਗ ਭਰੀ ਨਾ ਪਤਨੀ ਦਾ ਰੁਤਬਾ ਖਿਤਾਬ ਨਹੀਂ ਦਿੱਤਾ ਜਾਂਦਾ ਗਾ। ਬਸ ਇੱਥੇ ਆਪਾਂ ਇਹ ਕਹਿ ਸਕਦੇ ਹਾਂ, ਅਸੀਂ ਸਾਰੀਆਂ, ਮੈਂ ਵੀ ਤੁਸੀਂ ਵੀ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਸੁਹਾਗਣ ਪਤਨੀਆਂ ਬਣਨਾਗਾ, ਚੰਗੇ ਜੀਵਨ ਵਾਲੀਆਂ ਪਤਨੀਆਂ ਬਣਨਾਗਾ। ਇਹ ਨਾ ਹੋਵੇ ਵੀ ਅਸੀਂ ਗੁਰੂ ਨੂੰ ਛੱਡ ਕੇ, ਆਪਣੇ ਪਤੀ ਨੂੰ ਛੱਡ ਕੇ ਤੇ ਕਿਸੇ ਹੋਰ ਵਿਚਾਰਧਾਰਾ ਤੇ ਅਮਲ ਕਰ ਲਈਏ। ਹਾਂ, ਜਾਂਦਿਆਂ ਕੋਈ ਗੱਲ ਨਹੀਂ, ਸਤਿ ਸ੍ਰੀ ਅਕਾਲ ਦੀ ਸਾਂਝ ਆ ਉਹ ਪੈ ਸਕਦੀ ਆ, ਦਿਲ ਚੋਂ ਨਹੀਂ, ਬਾਹਰੋਂ ਕੋਈ ਗੱਲ ਨਹੀਂ ਭਾਈ, ਬਾਹਰੋਂ ਸਾਂਝ ਪੈ ਜਾਂਦੀ ਆ ਹਨਾ। ਹੁਣ ਪਤਨੀ ਨੇ ਵੀ ਦਿਓਰ ਜੇਠਾਂ ਨਾਲ ਬਾਹਰੋਂ ਹੀ ਸਾਂਝ ਆ, ਚਾਹ ਪਾਣੀ ਦੁੱਧ ਲੱਸੀ ਸਭ ਕੁਝ ਮਿਲਦਾ, ਪਰ ਜੋ ਨਾਤਾ ਪਤੀ ਨਾਲ ਆ ਉਹ ਉਹਨਾਂ ਨਾਲ ਨਹੀਂ। ਇਵੇਂ ਜਿਵੇਂ ਡੇਰੇਦਾਰ ਨੇ ਇਹ ਸਾਈਡ ਤੇ ਨੇ, ਇਹਨਾਂ ਨੂੰ ਅਸੀਂ ਫਤਿਹ ਫਤੂਲੀ ਕਰ ਸਕਦੇ ਹਾਂ, ਬਹੁਤਾ ਨਹੀਂ, ਪਰ ਜੋ ਨਾਤਾ ਸਾਡਾ ਗੁਰੂ ਨਾਲ ਆ ਤੇ ਇਹ ਗੁਰੂ ਨਾਲ ਹੀ ਸਾਂਝਾ ਕਰ ਸਕਦੇ ਆ, ਹੋਰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੇ। ਤਾਈਓ ਫਿਰ ਇੱਥੇ ਸਾਨੂੰ ਉਦਾਹਰਨ ਲੈਣੀ ਪਈ ਵੀ ਜਿਹੜਾ ਉਹ ਫਕੀਰ ਸੀ ਨਾ, ਉਹ ਸੀ ਆਲਸੀ। ਲੋਕ ਆਉਂਦੇ ਜਾਂਦੇ ਨੇ, ਸੁਭਾਗ ਆ ਸਭ ਦਾ, ਫਲਾਣੇ ਤਾਂ ਸੁੱਖ ਪੂਰੀ ਹੁੰਦੀ ਆ, ਫਲਾਣੇ ਥਾਂ ਚੀਜ਼ ਪੂਰੀ ਹੁੰਦੀ ਆ, ਫਲਾਣੇ ਥਾਂ ਪੂਰੀ ਹੁੰਦੀ ਆ, ਨਹੀਂ ਸਾਰੇ ਥਾਵਾਂ ਤੇ ਸਭ ਕੁਝ ਪੂਰਾ ਹੁੰਦਾ, ਜੇ ਅਧੂਰੇ ਆ ਤਾਂ ਅਸੀਂ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਅਧੂਰੇ ਆ ਨਾ ਅਸੀਂ ਆ, ਕੋਈ ਵੀ ਐਸਾ ਸਿਆਣਾ ਬੱਚਾ ਨਹੀਂ ਹੋਵੇਗਾ ਜਿਹੜਾ ਆਪਣੇ ਮਾਪਿਆਂ ਨੂੰ ਛੱਡ ਕੇ ਕਹੇ ਨਾ ਮੇਰੇ ਮਾਪੇ ਮੇਰੀ ਮੰਗ ਨਹੀਂ ਪੂਰੀ ਕਰਦੇ, ਮੈਨੂੰ ਤਾਂ ਦੂਜੇ ਪਿੰਡ ਤੀਜੇ ਪਿੰਡ ਜਾ ਕੇ ਆਪਣਾ ਹੋਰ ਪਿਓ ਬਣਾਉਣਾ ਪਊ ਜਾਂ ਆਪਣੀ ਮਾਂ ਬਣਾਉਣੀ ਪਊ, ਮੇਰੀ ਉਹ ਮੰਗ ਪੂਰੀ ਕਰਨਗੇ। ਇਹ ਕਿਹਦੀ ਮਰਜ਼ੀ ਹੁੰਦੀ ਹੈਗੀ? ਨਲਾਇਕ ਬੱਚੇ ਦੀ। ਤੇ ਜਿਹੜਾ ਲਾਇਕ ਬੱਚਾ ਨਾ ਉਹ ਇਹ ਭਾਵਨਾ ਨਾਲ ਜ਼ਿੰਦਗੀ ਨਹੀਂ ਜਿਉਂਦਾ, ਉਹ ਤਾਂ ਭਾਵੇਂ ਆਪਣੇ ਮਾਂ ਪਿਓ ਦੇ ਘਰੋਂ ਪਰਿਵਾਰ ਵਿੱਚੋਂ ਨਾ ਲੱਖ ਮਿਲੇ ਤੇ ਭਾਵੇਂ ਕੱਖ ਮਿਲੇ, ਉਹਦੇ ਤੇ ਸਬਰ ਆ। ਇਵੇਂ ਜਿਵੇਂ ਸਾਡਾ ਗੁਰੂ ਨਾਤਾ ਹੋਣਾ ਚਾਹੀਦਾ, ਕਿਤੇ ਜਾਣ ਦੀ ਲੋੜ ਨਹੀਂ, ਬਸ ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਮਿਲੇ ਭਾਵੇਂ ਕੁਛ ਨਾ ਮਿਲੇ, ਬਸ ਇਹਦੇ ਨਾਲ ਨਾਤਾ ਜੁੜ ਜਾਵੇ। ਉਹ ਫਕੀਰ ਇੱਕ ਦਿਨ ਗਿਆ ਮਰ, ਜਦੋਂ ਮਰ ਗਿਆ ਨਾ ਨੌਜਵਾਨ ਮੁੰਡੇ ਲੜਕੇ ਇਕੱਠੇ ਹੋਏ, ਕਹਿੰਦੇ ਚਲੋ ਇੱਥੇ ਦੀ ਕੁਟੀਆ ਗਈ, ਆਪਾਂ ਇੱਥੇ ਦਾ ਸਰੀਰ ਆ ਜਿਹੜਾ ਉਹ ਦੱਬ ਦਿੰਦੇ ਆ, ਨਿਬੇੜਦੇ ਆ ਕੰਮ। ਜਦੋਂ ਏਦਾਂ ਸੋਚਿਆ ਨਾ ਵੀ ਇੱਥੇ ਦੱਬ ਦਿੰਦੇ ਆ, ਬਹੁਤੇ ਸਾਈਡ ਤੇ ਖੜੇ ਉਹਦੇ ਤੇ ਤਰਸ ਵੀ ਕਰੀ ਜਾਂਦੇ ਸੀ, ਕਹਿੰਦੇ ਵਿਚਾਰੇ ਨੇ ਨਾ ਸਾਰੀ ਉਮਰ ਭੁੱਖ ਨੰਗ ਦੇ ਨਾਲ ਘੁਲ ਕੇ ਲੰਘਾਤੀ। ਜਿਹੜੀ ਆ ਬਾਣੀ ਆਪਾਂ ਪੜ੍ਹ ਰਹੇ ਸੀ ਨਾ, ਇਹਦੇ ਨਾਲ ਜੁੜਵੀਂ ਗੱਲ ਆ ਇਹ। ਸਾਈਡ ਤੇ ਖੜੇ ਲੋਕ ਬਹੁਤੇ ਤਰਸ ਮੰਨ ਰਹੇ ਸੀ, ਕਹਿੰਦੇ ਵਿਚਾਰੇ ਨਾ ਸਾਰੀ ਉਮਰ
ਬਸ ਮੰਗ ਤੰਗ ਕੇ ਜੀ ਨਗਾਈ ਹੈ। ਨਰਮ ਸੀ ਭਾਈ, ਇਦਾਂ ਦੀ ਭਾਵਨਾ ਚੱਲੀ ਜਾਂਦੀ ਹੈ ਨਾ। ਤੇ ਹੁਣ ਕੀ ਹੋਇਆ, ਜਿਹੜੇ ਤਰਸ ਕਰ ਰਹੇ ਨੇ ਤੇ ਅੱਗੇ ਨੌਜਵਾਨਾਂ ਨੇ ਉਹਨੂੰ ਦੱਬਣ ਦੇ ਲਈ ਜਦੋਂ ਥੋੜੀ ਜੀ ਜਗ੍ਹਾ ਪੱਟੀ, ਥੋੜੀ ਜਗ੍ਹਾ ਪੱਟੀ ਨਾ, ਕਹਿੰਦੇ ਜੋ ਲੋਕ ਉਹਨੂੰ ਕੋਈ ਸਿੱਕਾ ਚਾਂਦੀ ਦੇ ਕੇ ਜਾਂਦੇ ਸਨ, ਕੋਈ ਟਕੇ ਕੋਈ ਰੁਪਈਏ ਦੇ ਕੇ ਜਾਂਦੇ ਸਨ, ਉਹ ਉੱਥੇ ਹੀ ਨੱਪੀ ਜਾਂਦਾ। ਉਹਦਾ ਕੋਈ ਬਰਤਨ ਲਾਇਆ ਵਿਆ, ਉਹ ਬਰਤਨ ਦੇ ਵਿੱਚ ਛਿੱਟੀ ਜਾਂਦਾ ਹੈਗਾ। ਤੇ ਪਰ ਕੀ ਹੋਇਆ, ਬਰਤਨ ਦੇ ਬੈਠਾ ਉੱਤੇ ਰਿਹਾ, ਪਰ ਬਰਤਨ ਦੇ ਵਿੱਚੋਂ ਕੁਝ ਵਰਤ ਨਹੀਂ ਸਕਿਆ। ਹੁਣ ਬਰਤਨ, ਆਪਾਂ ਭਾਂਡੇ ਨੂੰ ਬਰਤਨ ਕਹਿ ਦਿੰਦੇ ਆ ਨਾ, ਕੋਈ ਵੀ ਬਰਤਨ, ਕੋਈ ਵੀ ਭਾਂਡਾ ਹੋਵੇ ਉਹਨੂੰ ਬਰਤਨ ਕਹਿ ਦਿੰਦੇ ਆ। ਮਤਲਬ ਉਸ ਭਾਂਡੇ ਨੂੰ ਸੰਭਾਲਣਾ ਨਹੀਂ, ਵਰਤੋਂ ਚ ਲੈ ਕੇ ਆਉਣਾ ਜ਼ਰੂਰੀ ਹੁੰਦਾ ਗਾ। ਪਰ ਉਹ ਆਲਸੀ ਸਾਧ ਸਾਰੀ ਉਮਰ ਲੋਕਾਂ ਤੋਂ ਮੰਗ ਕੇ ਖਾਂਦਾ ਰਿਹਾ, ਪਰ ਜੋ ਬਰਤਨ ਲਾਇਆ ਵਿਆ, ਉਹ ਬਰਤਨ ਵਿੱਚ ਜੋ ਹੈ ਉਹ ਵਰਤਿਆ ਨਹੀਂ, ਕਿਸ ਕੰਮ ਆਇਆ। ਉਹਦੀ ਅੱਖ ਨੇ ਕੀ ਵੇਖਿਆ, ਜੇ ਥੋੜੀ ਬਹੁਤੀ ਹਿੰਮਤ ਕਰਦਾ ਤਾਂ ਸ਼ਾਇਦ ਉਹਨੂੰ ਮੰਗਣ ਦੀ ਲੋੜ ਨਹੀਂ ਸੀ, ਸ਼ਾਇਦ ਉਹਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ ਸੀ। ਚਲੋ ਵਾਹਿਗੁਰੂ ਕਦੇ ਕਿਸੇ ਦੇ ਕਿਸੇ ਅੱਗੇ ਹੱਥ ਨਾ ਅਡਾਵੇ, ਕਿਉਂਕਿ ਲੋਕ ਨੇ ਤਾਂ ਲੋੜ ਪੂਰੀ ਕਰ ਦਿੰਦੇ ਆ, ਨਾਲੇ ਗਾਉਂਦੇ ਹੁੰਦੇ ਨੇ, ਮੈਂ ਫਲਾਨੇ ਦੀ ਫਲਾਨੇ ਥਾਂ ਲੋੜ ਪੂਰੀ ਕੀਤੀ। ਭਾਵੇਂ ਕੋਈ ਟਕੇ ਦਾ ਵਿਅਕਤੀ ਹੋਵੇ, ਘਰੇ ਰੋਟੀ ਮਸਾਂ ਪੱਕਦੀ ਹੋਵੇ, ਪਰ ਬੰਦਾ ਸੁਣਾ ਜ਼ਰੂਰ ਦਿੰਦਾ, ਮੈਂ ਫਲਾਨੇ ਥਾਂ ਫਲਾਨੀ ਲੋੜ ਪੂਰੀ ਕੀਤੀ। ਗੁਰੂ ਕਹਿੰਦਾ ਜੋ ਤੂੰ ਉਦਮ ਉਪਰਾਲਾ ਮਿਹਨਤ ਸਦਕਾ ਕਮਾਉਣਾ, ਉਹ ਤੇ ਸਬਰ ਤੇ ਸ਼ੁਕਰ ਕਰਿਆ ਕਰ। ਬਸ ਇੱਥੇ ਕੀ ਲਿਖਿਆ ਗਾ, ਕਹਿੰਦੇ ਉਹ ਪ੍ਰਭੂ ਪਰਮਾਤਮਾ ਦਾ ਖਜ਼ਾਨਾ ਗਾ ਭਰਿਆ ਵਿਆ, ਪਰ ਅਸੀਂ ਬਣ ਗਏ ਉਹ ਆਲਸੀ ਫਕੀਰ ਵਰਗੇ। ਉਹ ਪਰਮਾਤਮਾ ਦੇ ਖਜ਼ਾਨੇ ਨੂੰ ਅਸੀਂ ਵਰਤਣਾ ਨਹੀਂ ਸਿੱਖਿਆ। ਇਕੱਠਾ ਤਾਂ ਬਹੁਤ ਕਰ ਲਿਆ, ਇਕੱਠਾ ਤਾਂ ਬਹੁਤ ਕਰ ਲੈਣਾ, ਜਿਹੜੇ ਮਰਜ਼ੀ ਪਿੰਡ ਵਗ ਜਾਓ, ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਚ ਵਗ ਜਾਓ, ਗੁਰੂ ਗ੍ਰੰਥ ਸਾਹਿਬ ਜੀ ਪਾਵਨ ਸਵਰੂਪ ਕੀ ਨੇ, ਸਾਡੇ ਲਈ ਬਹੁਤ ਵੱਡਾ ਖਜ਼ਾਨਾ, ਵਰਤਣ ਦੇ ਲਈ ਸਾਨੂੰ ਬਹੁਤ ਵੱਡੀ ਉਹ ਵਾਹਿਗੁਰੂ ਜੀ ਨੇ ਵੱਥ ਦਿੱਤੀ ਹੈ। ਇਹ ਜਿੱਥੇ ਮਰਜ਼ੀ ਵਗ ਜਾਓ, ਇਹ ਖਜ਼ਾਨਾ ਬਹੁਤ ਵੱਡਾ ਇਕੱਠਾ ਕੀਤਾ ਪਿਆ। ਲਾਇਬ੍ਰੇਰੀ ਤੁਹਾਡੇ ਪਿੰਡ 'ਚ ਤਾਂ ਨਾਂਦਗੁਈ ਹੈ ਤਾਂ ਕੁਛ ਨਹੀਂ ਉਹਦੇ 'ਚ, ਬਹੁਤੇ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਲਾਇਬ੍ਰੇਰੀਆਂ ਬਣੀਆਂ ਹੋਈਆਂ ਨੇ, ਪਰ ਬਣੀਆਂ ਜ਼ਰੂਰ ਨੇਗੀਆਂ, ਮਾਫ ਕਰਨਾ, ਉਹਨਾਂ ਨੂੰ ਲੋਕ ਲੱਗੇ ਪਏ ਨੇਗੇ, ਸੀਸਿਆਂ 'ਚ ਜੜ ਕੇ ਨਾ ਕਿਤਾਬਾਂ ਲੋਕ ਲਾਤੇ, ਕਹਿੰਦੇ ਦੇਖ ਲਓ, ਦੇਖ ਕੇ ਮੁੜ ਜਾਓ, ਪਰ ਤੁਸੀਂ ਵਰਤਣਾ ਨਹੀਂ। ਸ਼ਾਇਦ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਇਦਾਂ ਹੀ ਬਣ ਗਏ, ਅਸੀਂ ਦੇਖ ਕੇ ਮੁੜ ਸਕਦੇ ਹਾਂ ਤੇ ਅਗਲੀ ਖਾਲੀ ਥਾਂ ਨਾ ਤੁਸੀਂ ਖੁਦ ਹੀ ਭਰ ਸਕਦੇ ਹੋ, ਦੇਖ ਕੇ ਮੁੜ ਸਕਦੇ ਆ, ਪਰ ਵਰਤ ਨਹੀਂ ਸਕਦੇ। ਤੇ ਵਰਤੂ ਕੌਣ, ਵਰਤਣਾ ਤਾਂ ਅਸੂ ਹੀ ਸੀ, ਪਰ ਅਸੀਂ ਵਰਤਣ ਦੀ ਹਿੰਮਤ ਉਹ ਫਕੀਰ ਵਾਂਗੂ ਨਹੀਂ ਕੀਤੀ। ਤੇ ਆਪਾਂ ਨਿਗਾਹ ਮਾਰ ਕੇ ਵੇਖਣੀ, ਥੋੜਾ ਜਿਹਾ ਇੱਥੇ ਰੁਕ ਕੇ ਵੀ ਗੁਰੂ ਸਾਹਿਬ ਕਿਰਪਾ ਕਰਨ। ਚਲੋ ਆ ਇਸ ਟਾਈਮ ਜਿਹੜੀ ਆਪਣੀ ਕਥਾ ਹੁੰਦੀ ਹੈ, ਤੁਸੀਂ ਸਾਰੇ ਵਡਭਾਗੇ ਹੋ, ਅਸੀਂ ਵੀ ਵਡਭਾਗੇ ਹਾਂ, ਗੁਰੂ ਸਾਹਿਬ ਸੇਵਾ ਲੈ ਲੈਂਦੇ ਨੇ, ਜਿੰਨੀ ਕੁ ਮੱਤ ਹੈ, ਜਿੰਨੀ ਕੁ ਸੁਮੱਤ ਹੈ, ਉਨੀ ਕੁ ਆਪਾਂ ਆਪਸ ਵਿੱਚ ਰਲ ਕੇ ਸਾਂਝੀ ਕਰ ਲੈਂਦੇ। ਤੁੱਛ ਬੁੱਧੀ ਹੈ ਨਾ, ਥੋੜ ਗਈ ਆ, ਕੋਈ ਬਹੁਤੀ ਨਹੀਂ ਗੀ। ਤੇ ਪਰ ਵੇਖਣ ਜੋ ਗੱਲ ਇਹ ਹੈ ਵੀ ਆਪਾਂ ਕਦੋਂ ਗੁਰੂ ਗ੍ਰੰਥ ਸਾਹਿਬ ਨੂੰ ਵਰਤਣ ਲੱਗਾਂਗੇ। ਦਾਦੀ ਮਾਂ ਸਾਰੀ ਉਮਰ ਤੋਂ ਰੋਟੀਆਂ ਬਣਾ ਕੇ ਖਵਾਉਂਦੀ ਨਹੀਂ, ਖਵਾਉਂਦੀ ਹੁੰਦੀ ਆ। ਨਿਗਾਹ ਮਾਰ ਕੇ ਵੇਖੋ, ਬਹੁਤੀਆਂ ਦਾਦੀਆਂ ਦਾ ਰੂਪ ਮਾਵਾਂ ਬਣੀਆਂ ਪਈਆਂ ਨੇ, ਬਹੁਤੀਆਂ ਨੇ ਦਾਦੀਆਂ ਬਣ ਜਾਣਾਗਾ। ਇੱਕ ਨਾ ਇੱਕ ਦਿਨ ਤਾਂ ਚੌਂਕੇ ਤੋਂ ਖੜਾ ਛਡਾਉਣਾ ਹੀ ਪੈਂਦਾ ਨਾ, ਪਾਸੇ ਹੋਣਾ ਹੀ ਪੈਂਦਾ, ਲੈ ਧੀਏ ਹੁਣ ਤੂੰ ਰਸੋਈ ਦਾ ਕੰਮ ਸੰਭਾਲ ਲਾ। ਬਾਪੂ ਵੀ ਕਿੰਨਾ ਕੁ ਚਿਰ ਖੇਤਾਂ 'ਚ ਕੰਮ ਕਰਕੇ ਖਵਾਊ, ਆਖਰ ਉਹਨੂੰ ਵੀ ਇੱਕ ਦਿਨ ਆਪਣੇ ਬੱਚੇ ਨੂੰ ਜ਼ਿੰਮੇਵਾਰੀ ਦੇਣੀ ਪੈਂਦੀ ਆ ਵੀ ਲੈ ਤੂੰ ਸੰਭਾਲ ਭਾਈ, ਹੁਣ ਤੂੰ ਆਪਦਾ ਕੰਮ ਕਰ।
ਤੇ ਗੁਰੂ ਗ੍ਰੰਥ ਸਾਹਿਬ ਵਾਲਾ ਪਾਸਾ ਇਹ ਕਿੱਦਾਂ ਅਸੀਂ ਸਮਝਾਂਗੇ ਵੀ ਕਿੰਨਾ ਕੁ ਟਾਈਮ ਸਾਨੂੰ ਕੋਈ ਪ੍ਰਚਾਰਕ, ਕੋਈ ਪ੍ਰਬੰਧਕ, ਕੋਈ ਮੋਹਤਬਰ ਇਹ ਸੇਵਾ ਸਾਨੂੰ ਦੇਊਗਾ, ਕਿੰਨਾ ਕੁ ਚਿਰ ਸਾਨੂੰ ਕੁਝ ਸੁਣਾਊਗਾ, ਕਿੰਨਾ ਕੁ ਚਿਰ ਸਾਨੂੰ ਖਵਾਊਗਾ। ਨਹੀਂ, ਆਖਰਕਾਰ ਤਾਂ ਸਾਨੂੰ ਖੁਦ ਨੂੰ ਆਪ ਨੂੰ ਇਹ ਸਭ ਕੁਝ ਕਰਨਾ ਪੈਣਾਗਾ। ਆਪ ਨੂੰ ਪੁਰਾਤਨ ਵਕਤਾਂ ਦੇ ਵਿੱਚ ਜੋ ਵੀ ਮਹੰਤ, ਸੰਤ, ਸੇਵਾਦਾਰ, ਪ੍ਰਬੰਧਕ ਹੁੰਦੇ ਸਨ, ਸਭ ਤੋਂ ਪਹਿਲਾਂ ਉਹ ਸੇਵਾ ਕਰਨ ਵਾਲੇ ਵੀਰ ਨੂੰ ਨਾ ਆਪਣੀਆਂ ਪਤਾ ਵੀ ਪੋਥੀਆਂ ਜਿਹੜੀਆਂ ਹੁੰਦੀਆਂ ਸਨ, 5 ਗ੍ਰੰਥੀ, ਭਗਤਾਂ ਦੀ ਬਾਣੀ, 22 ਵਾਰਾਂ, ਸਵਈਏ, ਇਹ ਪੋਥੀਆਂ ਦਾ ਜਾਪ ਉਹ ਬਈ ਵਿਅਕਤੀ ਜ਼ਰੂਰ ਕਰਦਾ ਹੁੰਦਾ ਸੀਗਾ। ਜਦੋਂ ਇਹ ਪੋਥੀਆਂ ਚਾਰੇ ਪੰਜੇ ਪੜ੍ਹ ਜਾਂਦਾ ਤਾਂ ਉਹਨੂੰ ਮੰਨ ਲੈਂਦੇ ਸੀ ਵੀ ਇਹਨੂੰ ਹੁਣ ਗੁਰੂ ਗ੍ਰੰਥ ਸਾਹਿਬ ਦੀ ਸੰਭਾਲ ਕਰਨੀ ਆ ਗਈ। ਫਿਰ ਉਹ ਪ੍ਰਕਾਸ਼ ਵੀ ਕਰਨ ਦੀ ਸਮਰੱਥਾ ਰੱਖਦਾ ਸੀ, ਫਿਰ ਉਹ ਸੁਖ ਆਸਨ ਕਰਨ ਦੀ ਸਮਰੱਥਾ ਵੀ ਰੱਖਦਾ ਸੀ। ਮਤਲਬ ਬਾਪੂ ਵੱਲੋਂ ਜੋ ਸਾਨੂੰ ਕੁਝ ਦਿੱਤਾ ਗਿਆ ਨਾ, ਉਹ ਸਭ ਕੁਝ ਸੰਭਾਲਣ ਦੀ ਹਿੰਮਤ ਉਹ ਰੱਖਦਾ ਸੀ। ਪਰ ਅੱਜ ਆਪਾਂ ਅੰਕੜੇ ਕੱਢ ਕੇ ਵੇਖੋ, ਪ੍ਰਬੰਧਕ, ਮਾਫ ਕਰਨਾ ਮੇਰੀ ਗੱਲ ਨੂੰ ਬੁਰਾ ਨਾ ਮਨਾਇਓ, ਗ੍ਰੰਥੀ ਬਣਨ ਨੂੰ ਜਾਂ ਪ੍ਰਬੰਧਕ ਬਣਨ ਨੂੰ ਹਰ ਕੋਈ ਤਿਆਰ ਹੋ ਜਾਂਦਾ ਕਿ ਜੋ ਗੁਰੂ ਦੀ ਹਦਾਇਤ ਆ ਉਹਨੂੰ ਅਸੀਂ ਪੂਰੀ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਮੰਨ ਲਓ ਤੁਰੰਤ ਗ੍ਰੰਥੀ ਦਾ ਅਟੈਕ ਹੀ ਹੋ ਜੇ, ਇੱਕੋ ਹੀ ਗ੍ਰੰਥੀ ਹੈ ਨਾ, ਅਟੈਕ ਹੋ ਜੇ, ਸੰਗਤ 100 ਬੰਦੇ ਦੀ ਗਿਣਤੀ ਚ ਰੂਪ ਚ ਬੈਠੀ ਆ, ਸ਼ਾਮ ਦਾ ਵਕਤ ਆਗਾ ਤੇ ਸੁਖ ਆਸਨ ਕਰਨ ਦੀ ਸੇਵਾ ਨਿਭਾਉਣੀ ਆ, ਕੌਣ ਕਰੂਗਾ ਭਾਈ? ਕਿ ਭਾਲ ਕੇ ਲਿਆਉਣਾ ਪਊ ਕਿਤੋਂ? ਆਪਾਂ ਬੱਚੇ ਨੂੰ ਪਹਿਲਾਂ ਟਰੈਕਟਰ ਸਿਖਾ ਦਿੰਦੇ ਆ ਨਾ, ਕੀ ਪਤਾ ਕਦੋਂ ਮੈਂ ਕੰਮ ਛੱਡ ਜਾ ਤੇ ਤੂੰ ਇਹਨੂੰ ਖੇਤੋਂ ਘਰ ਲਿਆਇਆ ਕਰ ਤੇ ਘਰੋਂ ਖੇਤ ਲੈ ਜਾ ਕਰ, ਮਾੜੀ ਮੋਟੀ ਤੈਨੂੰ ਨੌਲੇਜ ਆਉਣੀ ਚਾਹੀਦੀ ਆ। ਪਰ ਸਾਡਾ ਜੀਵਨ ਕਿਸ ਦਿਨ ਕਦੋਂ ਇਸ ਖਜ਼ਾਨੇ ਨੂੰ ਸੰਭਾਲੂਗਾ? ਇੱਥੇ ਜੋ ਲਿਖਿਆ ਆਪਾਂ ਉਹਦੇ ਮੁਤਾਬਕ ਗੱਲ ਕੀਤੀ ਆ, ਤੋਟ ਨਾ ਆਵੇ ਮੂਲ। ਕਹਿੰਦੇ ਗੁਰੂ ਸਾਹਿਬ ਕੋਲੇ ਤੋਟ ਤਾਂ ਕਿਸੇ ਚੀਜ਼ ਦੀ ਨਹੀਂ, ਪੂਰਨ ਭੰਡਾਰ ਨੇ, ਪਰ ਪੂਰੇ ਭੰਡਾਰ ਦੇ ਨਾਲ ਅਸੀਂ ਆਪਣੀ ਅਜੇ ਤੱਕ ਨਿੱਜੀ ਮੁਲਾਕਾਤ ਨਹੀਂ ਕੀਤੀ। ਦੂਰ ਦੀ ਮੁਲਾਕਾਤ ਤਾਂ ਹੈ, ਇੱਕ ਬੰਦਾ ਵੀਹੀ ਚ ਖੜਾ, ਇੱਕ ਬੰਦਾ ਘਰੇ ਖੜਾ, ਫਤਿਹ ਤਾਂ ਇੱਕ ਦੂਜੇ ਨੂੰ ਬੁਲਾਤੀ। ਨਿੱਜੀ ਮੁਲਾਕਾਤ ਤਾਂ ਕਮਰੇ 'ਚ ਬੈਠ ਕੇ ਹੁੰਦੀ ਆ, ਚਾਹ ਵੀ ਬਣ ਕੇ ਆ ਗਈ, ਪ੍ਰਸ਼ਾਦਾ ਵੀ ਬਣ ਕੇ ਆ ਗਿਆ, ਘੰਟਾ 2 ਘੰਟੇ ਵਿਚਾਰਾਂ ਵੀ ਕੀਤੀਆਂ ਨੇ, ਪਿਆਰ ਵੱਧ ਗਿਆ ਨਾ। ਨਿੱਜੀ ਗੱਲਬਾਤ, ਨਿੱਜੀ ਮੁਲਾਕਾਤ, ਤੇ ਨਿੱਜੀ ਮੁਲਾਕਾਤ ਆ ਗੁਰੂ ਸਾਹਿਬ ਨਾਲ, ਭੰਡਾਰੇ ਨਾਲ, ਖਜ਼ਾਨੇ ਨਾਲ ਕਦੋਂ ਕਰਾਂਗੇ ਆਪਾਂ, ਹਨਾ? ਇਹ ਆਪਾਂ ਵੇਖਣਾ। ਚਲੋ ਤੁਸੀਂ, ਮੈਂ ਕਹੂੰਗਾ ਬਹੁਤ ਸਿਆਣੇ ਹੋ, ਵਡਭਾਗੇ ਹੋ, ਤੁਹਾਡੀ ਬਹੁਤ ਚੰਗੀ ਕਿਸਮਤ ਆ ਵੀ ਤੁਹਾਨੂੰ ਇਸ ਪੱਖ ਤੇ ਨਾ ਬਹੁਤਾ, ਜਿਵੇਂ ਬੱਚਾ ਨਾ ਟਰੈਕਟਰ ਘਰੋਂ ਖੇਤ ਲੈ ਗਿਆ ਤੇ ਖੇਤੋਂ ਘਰ ਲੈ ਆ, ਇੰਨੀ ਕੁ ਨੌਲੇਜ ਆਪਾਂ ਨੂੰ ਹੈਗੀ ਆ। ਤੇ ਨਹੀਂ ਬਹੁਤੇ ਪਿੰਡਾਂ 'ਚ ਤਾਂ ਕੀ ਹੈਗਾ, ਬੁਰਾ ਹਾਲ ਹੈਗਾ। ਇੱਥੇ ਆਪਣੀ ਵਿਚਾਰ ਸੀ। ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਚਰਨ ਕਮਲ ਮਨ ਤਨ ਵਸੈ ਅਗੰਮ ਅਪਾਰ। ਫਿਰ ਅਸੀਂ ਕਹਿ ਸਕਦੇ ਹਾਂ ਵੀ ਅਸੀਂ ਗੁਰੂ ਦੇ ਚਰਨਾਂ ਨਾਲ ਤੇ ਗੁਰੂ ਦੇ ਨਾ ਸੋਹਣੇ ਕਮਲ ਵਰਗੇ ਫੁੱਲ ਨੇ, ਜਿਹੜੇ ਕਮਲ ਦੇ ਫੁੱਲ, ਉਹ ਫੁੱਲਾਂ ਵਰਗੇ ਨਾ ਗੁਰੂ ਦੇ ਚਰਨ ਨੇ, ਸ਼ਬਦ ਵਿਚਾਰ, ਅਸੀਂ ਉਹਦੇ ਨਾਲ ਜੁੜ ਕੇ ਭਾਈ ਆਪਣੇ ਆਪ ਨੂੰ ਵੀ ਫੁੱਲਾਂ ਵਰਗਾ ਬਣਾ ਲਿਆ। ਆਪਣੇ ਆਪ ਚੋਂ ਵੀ ਸਾਨੂੰ ਸੁਗੰਧੀ ਆਉਣ ਲੱਗ ਗਈ, ਠੀਕ ਹੈ ਨਾ? ਉਹ ਸੁਗੰਧੀ ਕਾਹਦੀ ਆ? ਗੁਣਾਂ ਦੀ। ਉਹ ਬਾਹਰੀ ਤੌਰ ਤੇ ਨਾ ਕੋਈ ਆਦਿਕ ਸੈਂਟ, ਆਤਰ, ਪਾਊਡਰ ਵਗੈਰਾ ਦੀ ਸੁਗੰਧੀ ਨਹੀਂ ਹੈ, ਉਹ ਗੁਣਾਂ ਦੀ ਸੁਗੰਧੀ ਸਾਨੂੰ ਖੁਦ ਚੋਂ ਹੀ ਆਉਣ ਲੱਗ ਗਈ ਵੀ ਹਾਂ ਮੇਰੇ 'ਚ ਕੋਈ 2 4 5 7 ਗੁਣ ਹੈਗੇ ਨੇ, ਮੈਂ ਕੁਛ ਕਰਨ ਜੋਗਾ, ਕੁਝ ਹਾਂ, ਠੀਕ ਹੈ ਨਾ? ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਬਸਤ ਕਮਾਵਤ ਸਭ ਸੁਖੀ। ਦੇਖੋ, ਆਪਾਂ ਦੁਨਿਆਵੀ ਗੱਲ ਕੀਤੀ ਆ, ਬੇਸ਼ੱਕ ਸਾਨੂੰ ਸਮਝ ਆਈ ਭਾਵੇਂ ਨਾ ਆਈ। ਗੁਰੂ ਸਾਹਿਬ ਕਹਿੰਦੇ ਵੀ ਜਦੋਂ ਅਸੀਂ ਨਿੱਜੀ ਮੁਲਾਕਾਤ ਗੁਰੂ ਨਾਲ ਕੀਤੀ ਨਾ, ਬਖਸ਼ਿਸ਼ ਉਦੇ ਹੋਣੀ ਆ। ਇੱਥੇ ਪਾਤਸ਼ਾਹ ਜੀ ਫਿਰ ਅਗਲੀ ਤੁਕ 'ਚ ਕਹਿੰਦੇ ਨੇ, ਬਸਤ ਕਮਾਵਤ, ਫਿਰ ਤੂੰ ਕਮਾਊ ਪੁੱਤ ਬਣ ਜਾਏਗਾ। ਫਿਰ ਤੂੰ ਨਾ ਨਕੰਮਾ ਪੁੱਤ ਨਹੀਂ, ਕਮਾਊ ਪੁੱਤ। ਸਾਰਿਆਂ ਦੀ ਭਾਵਨਾ ਹੁੰਦੀ ਨਾ ਮੇਰਾ ਪੁੱਤ ਕਮਾਊ ਬਣੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ 'ਚ 35 ਮਹਾਂਪੁਰਖ ਬੈਠੇ ਨੇ, ਉਹਨਾਂ ਦੀ ਵੀ ਸਾਡੇ ਤੇ ਆਸ ਲੱਗੀ ਹੋਈ ਆ ਵੀ ਮੇਰੇ ਪੁੱਤ ਨਾ ਸਾਰੇ ਕਮਾਊ ਬਣ ਜਾਣੇ, ਸਾਰੇ ਕਮਾਊ, ਚਾਹੇ ਉਹ ਭੈਣਾਂ ਹੋਣ ਤੇ ਚਾਹੇ ਉਹ ਹੋਣ ਵੀਰ। ਤੇ ਇੱਕ ਗੱਲ ਹੋਰ ਧਿਆਨ 'ਚ ਰੱਖਿਓ, ਕਈ ਵਾਰ ਨਾ ਵੀਰਾਂ ਅੰਦਰ ਹੰਕਾਰ ਹੋ ਜਾਂਦਾ, ਲੈ ਬੰਦਿਆਂ 'ਚ ਬੁੜੀ ਦਾ ਕੀ ਕੰਮ, ਆਪਾਂ ਆਮ ਹੀ ਕਹਿ ਦਿੰਦੇ ਆਂਗੇ। ਇਹ ਕਹਾਵਤ ਆਮ ਹੀ ਚੱਲੀ ਜਾਂਦੀ ਹੈ, ਸੱਥਾਂ 'ਚ, ਪਿੰਡਾਂ 'ਚ, ਘਰਾਂ 'ਚ ਆਮ ਹੀ ਚੱਲੀ ਜਾਂਦੀ ਆ। ਫਿਰ ਤਾਂ ਕਹਿਣਾ ਪਊਗਾ ਦੂਜੇ ਪਾਤਸ਼ਾਹ ਤੇ ਤੀਜੇ ਪਾਤਸ਼ਾਹ ਵੀ ਕਮਲੇ ਸੀ।
ਕਹਿਣਾ ਤਾਂ ਪਊਗਾ ਨਾ। ਦੂਜੇ ਪਾਤਸ਼ਾਹ ਤੇ ਤੀਜੇ ਪਾਤਸ਼ਾਹ ਵੀ ਕਮਲੇ ਸੀ। ਜਿੱਥੇ ਗੁਰੂ ਸਾਹਿਬ ਨੇ 52 ਪੀੜੇ ਤੇ 22 ਮੰਜੀਆਂ ਥਾਪੀਆਂ। ਤੀਜੇ ਪਾਤਸ਼ਾਹ ਨਾ ਜਿੱਥੇ 52 ਪੀੜੇ ਤੇ 22 ਮੰਜੀਆਂ ਥਾਪੀਆਂ। 52 ਪੀੜੇ ਤੇ 22 ਮੰਜੀਆਂ ਤੋਂ ਭਾਵ ਕੀ ਹੈ? ਗੁਰੂ ਸਾਹਿਬ ਨੇ ਪ੍ਰਚਾਰਕ ਤਿਆਰ ਕੀਤੇ। ਹੁਣ ਤੀਜੇ ਪਾਤਸ਼ਾਹ ਆਪ ਤਾਂ ਜਾ ਨਹੀਂ ਸਕਦੇ ਸੀ, ਬੁੜੇ ਸੀ ਉਹ। ਉਹਨਾਂ ਨੇ ਟੀਮ ਬਣਾਤੀ, ਕਮੇਟੀ ਬਣਾਤੀ ਇੱਕ, ਵੀ ਤੁਸੀਂ ਆਹ ਕੰਮ ਕਰੋ ਭਾਈ, ਵੀ ਮੈਂ ਨਹੀਂ ਜਾ ਸਕਦਾ ਕਿਤੇ। ਪਹਿਲੇ ਪਾਤਸ਼ਾਹ ਜਵਾਨ ਸੀ, ਪਹਿਲੇ ਪਾਸਾ ਜਵਾਨ ਸੀ ਨਾ। ਫੋਟੋ ਤੇ ਸਾਨੂੰ ਬਾਬਾ ਚਿੱਟੀ ਦਾੜੀ ਵਾਲਾ ਦਿੰਦਾ ਹੈਗਾ। ਜਦੋਂ ਬਾਬੇ ਨਾਨਕ ਨੇ ਪ੍ਰਚਾਰ ਕੀਤਾ ਨਾ, ਉਹ ਤਾਂ ਉਦੋਂ ਜਵਾਨ ਸੀਗਾ। ਉਹ ਤਾਂ ਗਿਆ ਘਰ ਘਰ ਗਿਆ ਨਾ, ਫਿਰ ਸਾਰਾ ਖਜ਼ਾਨਾ ਬਣਾ ਕੇ ਸੰਭਾਤਾ ਦੂਜੇ ਪਾਤਸ਼ਾਹ ਨੂੰ। ਦੂਜੇ ਪਾਤਸ਼ਾਹ ਵੀ ਮਾਝੇ ਮਾਲਵੇ ਦੁਆਬੇ ਵਿੱਚ ਪ੍ਰਚਾਰ ਕਰਦੇ ਰਹੇ। ਵਾਹਿਗੁਰੂ ਭਲਾ ਕਰੇ, ਮਾਲਵਾ ਛੱਡ ਕੇ ਦੁਆਬਾ ਤੇ ਮਾਝੇ ਵਿੱਚ ਪ੍ਰਚਾਰ ਕਰਦੇ ਰਹੇ। ਤੀਜੇ ਪਾਤਸ਼ਾਹ ਸੀ ਬਿਰਧ ਉਮਰ ਦੇ, ਉਹਨਾਂ ਤੋਂ ਪ੍ਰਚਾਰ ਨਹੀਂ ਹੋਇਆ। ਤੇ ਦੂਜੇ ਪਾਤਸ਼ਾਹ ਨੇ ਮਾਤਾ ਖੀਵੀ ਨੂੰ ਪ੍ਰਚਾਰਕ ਥਾਪਤਾ ਸੀ, ਵੀ ਮੇਰੇ ਕੋਲੇ ਹੋਰ ਗੁਰੂ ਨਾਨਕ ਸਾਹਿਬ ਦੇ ਖਜ਼ਾਨੇ ਨੂੰ ਸੰਭਾਲਣ ਵਾਲੇ ਰੁਝੇਵੇਂ ਨੇ, ਮੈਂ ਇਹਦੀ ਕੰਮ ਸਾਂਭੂਗਾ ਤੇ ਤੂੰ ਆਹ ਕੰਮ ਸਾਂਭ। ਨਾ ਤਾਂ ਭੋਜਨ ਪਾਣੀ ਬਣਾ ਸਿਖਾਇਆ ਕਰ ਸੰਗਤ ਨੂੰ, ਨਲੇ ਭਜਨ ਦੀ ਤਰਤੀਬ ਸਿਖਾਇਆ ਕਰ। ਮਤਲਬ ਮਾਤਾ ਤੇ ਇੱਕ ਔਰਤ ਤੇ ਤਾਂ ਉਹਦੀ ਹੱਥ ਟਿਕ ਗਿਆ ਸੀਗਾ। ਬਾਬੇ ਨਾਨਕ ਨੇ ਹੱਥ ਧਰਤਾ ਸੀ, ਦੂਜੇ ਪਾਤਸ਼ਾਹ ਦੀ ਮੋਹਰ ਤਾਂ ਉਹਦੀ ਲਾਤੀ ਸੀ। ਅੱਜ ਸਵਾਲ ਹੁੰਦਾ ਵੀ ਔਰਤ ਮੂਹਰੇ ਕਿਉਂ ਨਹੀਂ ਗਈ? ਠੀਕ ਹੈ ਵੀ ਸਾਡੀ ਕਮਜ਼ੋਰੀ ਕਰਕੇ ਨਾ ਹੋਵੇ ਤਾਂ ਵੱਖਰੀ ਗੱਲ ਆ। ਬਾਬੇ ਨਾਨਕ ਨੇ ਤਾਂ ਬਹੁਤ ਲੰਮਾ ਟਾਈਮ ਪਹਿਲਾਂ ਔਰਤ ਤੇ ਬਖਸ਼ਿਸ਼ ਕਰਤੀ ਸੀ। ਫਿਰ ਤੀਜੇ ਪਾਤਸ਼ਾਹ ਆਪ ਖੁਦ ਬਿਰਧ ਸਨ। ਜਿੱਥੇ ਉਹਨਾਂ ਨੇ ਨੌਜਵਾਨ ਪ੍ਰਚਾਰਕਾਂ ਦੀ ਟੀਮ ਤਿਆਰ ਕੀਤੀ ਹੈ ਨਾ, ਤਾਂ ਉੱਥੇ 22 ਮੰਜੀਆਂ ਤੇ 52 ਪੀੜ੍ਹੀਆਂ ਦੇ ਵਿੱਚ, ਮਤਲਬ ਪ੍ਰਚਾਰਕਾਂ ਦੇ ਵਿੱਚ ਭੈਣਾਂ ਨੂੰ ਵੀ ਪਿੰਡਾਂ ਦੇ ਵਿੱਚ ਪ੍ਰਚਾਰਕ ਤੌਰ ਤੇ ਸਥਾਪਿਤ ਕੀਤਾ ਸੀ, ਵੀ ਤੁਸੀਂ ਜਾਓ ਦੱਬ ਕੇ ਸੇਵਾ ਕਰੋ। ਜਿੱਥੇ ਬੰਦਾ ਨਹੀਂ ਗੱਲ ਕਰ ਸਕਦਾ ਨਾ, ਉੱਥੇ ਤੁਸੀਂ ਗੱਲ ਕਰੋ। ਤੇ ਇਸ ਗੱਲ ਨੂੰ ਆਪਾਂ ਇਹ ਸਮਝਣਾਗਾ ਵੀ ਅਸੀਂ ਸਾਰਿਆਂ ਨੇ ਹੀ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਿੱਜੀ ਮੁਲਾਕਾਤ ਕਰਨੀ ਹੈ। ਬਾਹਰੀ ਮੁਲਾਕਾਤ ਨਹੀਂ, ਕਮਰੇ 'ਚ ਬੰਦ ਬੈਠਕ। ਇੱਕ ਬੈਠਕ ਹੁੰਦੀ ਹੈ ਨਾ ਕਮਰੇ ਦੇ ਵਿੱਚ ਬੰਦ ਗੱਲਬਾਤ। ਇੱਥੇ ਲਿਖਿਆ ਪਾਤਸ਼ਾਹ ਨੇ, ਬਸਤ ਕਮਾਵਤ ਸਭ ਸੁਖੀ। ਫਿਰ ਜਿਹੜੇ ਗੁਰੂ ਕੋਲੇ ਜੁੜ ਕੇ ਨਾ, ਗੁਰੂ ਨਾਲ ਮਿਲ ਕੇ ਖਜ਼ਾਨੇ ਨੂੰ ਕਮਾਉਂਦੇ ਨੇ, ਵਸਤੂ ਕਮਾਉਂਦੇ ਨੇ, ਫਿਰ ਉਹ ਸੁਖੀ ਹੋ ਜਾਂਦੇ ਨੇ। ਉਹਨਾਂ ਦੇ ਜੀਵਨ 'ਚ ਦੁੱਖ ਨਹੀਂ ਆਉਂਦਾ ਗਾ। ਅੱਗੇ ਪਾਤਸ਼ਾਹ ਜੀ ਕਹਿੰਦੇ ਨੇ, ਕਿਛ ਊਨ ਨਾ ਦਿਸੈ, ਕਿਛ ਊਣ। ਊਣ ਤੋਂ ਭਾਵ ਊਣਾ, ਉਹ ਬੰਦਾ ਊਣਾ ਨਹੀਂ ਦਿੰਦਾ। ਜਿਹਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਿੱਜੀ ਮੀਟਿੰਗ ਕਰਕੇ, ਪੜ੍ਹ ਕੇ, ਵਿਚਾਰ ਕੇ, ਗੱਲਾਂ ਕਰਕੇ ਆਪਣੇ ਜੀਵਨ 'ਚ ਗੁਰੂ ਤੋਂ ਨੁਕਤੇ ਸਿੱਖ ਲਏ, ਕਹਿੰਦੇ ਉਹਦੇ ਜੀਵਨ 'ਚ ਕਦੇ ਊਣਾਪਣ ਨਹੀਂ ਆਉਂਦਾ। ਊਣਾ ਭਾਵ ਖਾਲੀਪਣ। ਹੁਣ ਤੱਕ ਇਹਨੇ ਸਿੱਧੂ ਮੂਸੇ ਵਾਲੇ ਨੂੰ ਵੀ ਕਹਿਤਾ ਵੀ ਉਹ ਫੁਕਰੀਆਂ ਜਿਹੀਆਂ ਮਾਰੀ ਜਾਨਾਗਾ, ਮੇਰੇ ਨਾਲ ਕਰ ਗੱਲਬਾਤ। ਤੇਰੀ 1 ਘੰਟੇ 'ਚ ਪ੍ਰਾਪਰਟੀ ਖਰੀਦਾਂ ਕਿ ਅੱਧੇ 'ਚ ਖਰੀਦਾਂ? ਤਗੜੇ ਨੇ ਲਾਤਾ ਵੀ ਕਰ ਗੱਲ। ਵੀ ਉਹ ਸਟੇਜਾਂ ਤੇ ਭੌਂਕੀ ਜਾਂਦਾ ਵੀ ਮੈਂ ਮੀਨਾ ਅਮੀਰ ਹੋ ਗਿਆ, ਮੇਰੇ ਕੋਲੇ ਆਹ ਗਾ, ਮੇਰੇ ਕੋਲੇ ਜੋ ਆਗਾ, ਹੋਰ ਕੋਈ ਗੱਲ ਨਹੀਂ, ਹੋਰ ਕੋਈ ਬਾਤ ਨਹੀਂ ਗੀ। ਕਿੰਨੇ ਟਾਈਮ 'ਚ ਖਰੀਦਾਂ? 20 ਮਿੰਟਾਂ ਸਾਰੀ ਖਰੀਦ ਲਾਂ ਕਿ ਅੱਧੇ ਘੰਟੇ 'ਚ ਖਰੀਦਾਂ, ਘੰਟੇ 'ਚ ਖਰੀਦਾਂ? ਮਤਲਬ ਕਹਿਣ ਤੋਂ ਭਾਵ, ਚਲੋ ਸਾਡਾ ਕਿਸੇ ਨਾਲ ਕੋਈ ਵਿਰੋਧ ਨਹੀਂ, ਨਾ ਉਹਦੇ ਨਾਲ ਵਿਰੋਧ ਆ, ਨਾ ਉਹਦੇ ਨਾਲ ਵਿਰੋਧ ਆ, ਮਤਲਬ ਕੋਈ ਨਹੀਂ। ਉਹ ਤਾਂ ਇੱਕ ਚੈਲੰਜ ਕੀਤਾ ਅਗਲੇ ਨੇ। ਅੱਛਾ, ਜਿਹਦੇ ਕੋਲੇ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ, ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਜਿਹਦੇ ਕੋਲੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਹਨੂੰ ਕੋਈ ਚੈਲੰਜ ਕਰ ਜੂ ਵੀ ਇਹਨੂੰ ਮੈਂ ਕਿੰਨੇ ਟਾਈਮ 'ਚ ਖਰੀਦਾਂ। ਖਰੀਦੀ ਨਹੀਂ ਜਾਂਦੀ। ਪਹਿਲੀ ਗੱਲ ਖਰੀਦੀ ਨਹੀਂ ਜਾਂਦੀ। ਜਿਹੜੀ ਵਿਚਾਰਧਾਰਾ ਤੁਹਾਡੇ ਹਿਰਦੇ 'ਚ ਫਿੱਟ ਹੋ ਗਈ, ਇਹ ਨਿਕਲਦੀ ਨਹੀਂ ਹੈ। ਜੇ ਫਿੱਟ ਹੋ ਗਈ ਫਿਰ ਤਾਂ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਲ ਹੈ। ਇਹਨੂੰ ਤਾਂ ਨਾ ਜਲ ਡੋਬ ਸਕਦਾ, ਨਾ ਅੱਗ ਮਚਾ ਸਕਦੀ ਹੈ, ਨਾ ਚੋਰ ਚੋਰੀ ਕਰ ਸਕਦਾ, ਨਾ ਕੋਈ ਮੁੱਲ ਖਰੀਦ ਸਕਦਾ। ਇਹ ਤਾਂ ਆਹ ਵਿਚਾਰਧਾਰਾ ਗਈ, ਆਹ ਨਾਮ ਰੂਪੀ ਧਨ ਹੈ। ਇੱਥੇ ਤਾਈਓ ਕਿਹਾ ਉਹ ਊਣਾ ਨਹੀਂ ਹੁੰਦਾ ਭਾਈ, ਉਹ ਭਰੇ ਹੀ ਰਹਿੰਦਾ ਗਾ। ਕੱਛ ਊਣ ਨਾ ਹੋਏ, ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸ਼ੈ। ਲਾਸਟ ਵਿੱਚ ਗੁਰੂ ਸਾਹਿਬ ਜੀ ਕਹਿੰਦੇ, ਜੈ ਜੈਕਾਰ ਸਭੈ ਕਰ ਹੈ, ਸੱਚ ਥਾਨ ਸੁਹਾਇਆ। ਫਿਰ ਸਾਰਿਆਂ ਨੇ ਵਾਹਿਗੁਰੂ ਨਾਲ ਜੁੜ ਕੇ ਜੈ ਜੈਕਾਰ ਕੀਤੀ। ਜਪ ਨਾਨਕ ਨਾਮ ਨਿਧਾਨ, ਸੁਖ ਪੂਰਾ ਗੁਰ ਪਾਇਆ। ਪੂਰੇ ਗੁਰੂ ਨਾਲ ਜੁੜ ਕੇ ਸਾਨੂੰ ਸੁੱਖ ਮਿਲਣਾ। ਸਭ ਦਾ ਧੰਨਵਾਦ। ਭੁੱਲਾਂ ਦੀ ਖਿਮਾ। ਬੋਲਦਿਆਂ ਤੋਂ, ਗੁਰਬਾਣੀ ਵਿਚਾਰ ਕਰਦਿਆਂ ਤੋਂ ਬਣੀਆਂ ਊਣਤਾਂ ਰਹਿ ਜਾਂਦੀਆਂ ਨੇ। ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਨੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।